ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਇੰਡੀਆ ਨਿਊਜ਼ ਪੰਜਾਬ ਤੇ ਸਾਰੇ ਦਰਸ਼ਕਾਂ ਦਾ। ਮੈਂ ਤੁਹਾਡੇ ਨਾਲ ਮਨਪ੍ਰੀਤ ਗਿੱਲ ਫਿਰ ਹਾਜ਼ਰ ਹਾਂ। ਅੱਜ ਚਰਚਾ ਕਰਾਂਗੇ ਅਗਨੀਪਥ ਯੋਜਨਾ ਨੂੰ ਲੈ ਕੇ ਹੋ ਰਹੇ ਪ੍ਰਦਰਸ਼ਨਾਂ ਦੀ ਤੇ ਅਗਨੀਪਥ ਯੋਜਨਾ ਦਾ ਜਿਹੜਾ ਐਲਾਨ ਕੀਤਾ ਹੈ ਕਿ ਉਸ ਦੇ ਵਿੱਚ ਤਾਲਮੇਲ ਸਰਕਾਰ ਦਾ ਤੇ ਪੰਜਾਬ ਦੇ ਜਾਂ ਹੋਰ ਵੱਖ-ਵੱਖ ਜਿਹੜੇ ਸੂਬਿਆਂ ਦੇ ਲੋਕ ਨੇ, ਜਾਣੀ ਕਿ ਭਾਰਤ ਦੇਸ਼ ਦੇ ਲੋਕ ਨੇ, ਉਹਨਾਂ ਦੇ ਵਿੱਚ ਕਿਉਂ ਨਹੀਂ ਬਣ ਪਾਇਆ कि ये ਜਿਹੜੇ फौज की भर्ती ਨੂੰ ਲੈ ਕੇ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਸੀ, ਉਸ ਤੋਂ ਬਾਅਦ ਹੰਗਾਮਾ ਕਿਉਂ ਇੰਨਾ ਹੋਇਆ, ਸਾੜ ਫੂਸ ਕਿਉਂ ਹੋਈ ਆ, ਭੰਨ ਤੋੜ ਹੋਈ ਆ ਰੇਲਵੇ ਸਟੇਸ਼ਨਾਂ ਦੀ। ਤੇ ਇਸ ਤੋਂ ਇਲਾਵਾ ਲੰਘੇ ਦਿਨ ਵੀ ਜਿਹੜਾ ਫੌਜ ਦੇ ਮੁਖੀ ਨੇ ਉਹਨਾਂ ਦੇ ਵੱਲੋਂ ਫਿਰ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ, ਸਰਕਾਰ ਦੇ ਵੱਲੋਂ ਫਿਰ ਨਵੇਂ ਐਲਾਨ ਕਰਵਾ ਦਿੱਤੇ ਜਾਂਦੇ ਨੇ ਕਿ ਨਵੇਂ ਐਲਾਨਾਂ ਦੇ ਨਾਲ ਕਹਿ ਦਿੱਤਾ ਗਿਆ ਕਿ ਜਿਹੜਾ ਭੱਤਾ ਹੈ ਉਹ ਵੀ ਜਿਹੜੇ ਫੌਜੀ ਨੇ ਉਹਨਾਂ ਤੋਂ ਵੱਧ ਹੋਵੇਗਾ। 4 ਸਾਲ ਦੀ ਜਦੋਂ ਨੌਕਰੀ ਪੂਰੀ ਹੋ ਜਾਵੇਗੀ ਉਸ ਤੋਂ ਬਾਅਦ ਵੀ ਸਰਕਾਰ ਉਹਨਾਂ ਨੂੰ ਜਿਹੜਾ ਹੋਰ ਨੌਕਰੀ ਦੇ ਵਿੱਚ ਐਡਜਸਟ ਕਰਨ ਦੇ ਲਈ ਜੋ ਕੈਪੇਬਲ ਰਹੇਗੀ। ਪਰ ਪੰਜਾਬ ਭਰ ਦੇ ਵਿੱਚ ਵੀ ਪ੍ਰਦਰਸ਼ਨ ਹੋ ਰਹੇ ਨੇ, ਦੇਸ਼ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਨੇ। ਯੂਪੀ ਬਿਹਾਰ ਦੇ ਵਿੱਚ ਤਾਂ ਜੇਕਰ ਗੱਲ ਕਰੀਏ ਤਾਂ ਹਾਲਾਤ ਨੇ ਜਿਹੜੇ ਉਹ ਕਾਫੀ ਤਣਾਅਪੂਰਨ ਬਣੇ ਹੋਏ ਨੇ। ਬਿਹਾਰ ਨੂੰ ਤਾਂ ਬੰਦ ਵੀ ਕਰ ਦਿੱਤਾ, ਸੂਬਾ ਬਿਹਾਰ ਜਿਹੜਾ ਹੁਣ ਬੰਦ ਕਰ ਦਿੱਤਾ ਗਿਆ। ਚੌਕਸੀ ਵੀ ਵਧਾ ਦਿੱਤੀ ਗਈ ਪੰਜਾਬ ਦੇ ਵਿੱਚ। ਅੱਜ ਜੇਕਰ ਆਪਾਂ ਅੱਜ ਦੀ ਗੱਲ ਕਰਦੇ ਹਾਂ ਤਾਂ ਅੱਜ ਭਾਰਤ ਬੰਦ ਦਾ ਸੱਦਾ ਵੀ ਸੀ, ਪਰ ਫਿਰ ਵੀ ਭਾਰਤ ਬੰਦ ਦੇ ਸੱਦੇ ਦਾ ਐਡਾ ਖਾਸ ਪ੍ਰਭਾਵ ਨਹੀਂ ਪਿਆ। ਤੇ ਜੇਕਰ ਦੇਖੀਏ ਅੱਜ ਪੰਜਾਬ ਭਰ ਦੇ ਵਿੱਚ ਫਿਰ ਵੀ ਬਾਜ਼ਾਰ ਖੁੱਲੇ ਨੇ, ਆਵਾਜਾਈ ਵੀ ਉਸੇ ਤਰੀਕੇ ਚੱਲ ਰਹੀ ਹੈ। ਤੇ ਇੱਕ ਗੱਲ ਹੋਰ ਕਹੀ ਗਈ ਹੈ ਕੇਂਦਰ ਸਰਕਾਰ ਦੇ ਵੱਲੋਂ, ਕੇਂਦਰ ਸਰਕਾਰ ਦੇ ਜਿਹੜੇ ਕੋਈ ਮੰਤਰੀ ਨੇ, ਕੇਂਦਰੀ ਮੰਤਰੀ ਨੇ, ਉਹ ਕਹਿੰਦੇ ਨੇ ਕਿ ਫੌਜ ਦੀ ਭਰਤੀ, ਫੌਜ ਜਿਹੜੀ ਹੈ ਇੰਡੀਅਨ ਆਰਮੀ ਹੈ ਜਿਹੜੀ ਹੈ, ਨਾ ਤਾਂ ਕੋਈ ਕੰਪਨੀ ਹੈ ਨਾ ਕੋਈ ਫਰਮ ਹੈ ਜਿਸ ਦੇ ਵਿੱਚ ਜਿਹੜੇ ਭਰਤੀ ਦੇ ਲਈ ਜਾਂ ਪ੍ਰਦਰਸ਼ਨ ਕਰਦੇ ਨੇ ਲੋਕ। ਇਹ ਤਾਂ ਕਹਿੰਦੇ ਐਲੀਜੀਬਿਲਟੀ ਹੈ, ਜਿਹੜਾ ਐਲੀਜੀਬਲ ਹੋਵੇਗਾ ਠੀਕ ਹੈ, ਕਹਿੰਦੇ ਜਿਹਨੇ ਭਰਤੀ ਹੋਣਾ ਤਾਂ ਵੀ ਹੈ, ਜਿਹਨੇ ਨਹੀਂ ਭਰਤੀ ਹੋਣਾ ਤਾਂ ਉਹਨਾਂ ਦੇ ਲਈ ਇਹ ਸਕੀਮ ਹੀ ਨਹੀਂ ਹੈ। ਕਿ ਕੁਝ ਕੇਂਦਰੀ ਮੰਤਰੀ ਵੀਕੇ ਸਿੰਘ ਨੇ ਕਿਹਾ ਜਿਹੜੀ ਜਿਸ ਕਰਕੇ ਲੋਕਾਂ ਦੇ ਨੌਜਵਾਨਾਂ ਦੇ ਮਨਾਂ ਦੇ ਵਿੱਚ ਹੋਰ ਰੋਸ ਆਈ ਹੈ, ਉਹ ਵੀ ਜਾਣ ਲੈਣੇ ਕੀ ਕਹਿੰਦੇ ਨੇ ਕੇਂਦਰੀ ਮੰਤਰੀ ਵੀਕੇ ਸਿੰਘ। For 2 years because of COVID there's been no recruitment, right? This point came up. The government has said that 17.5 to 21 years was the scheme. Now we are making it 23, which means that a person can come, he can, if he has missed out those 2 years, he can still be eligible to participate in this. If he wants to come, he can come. And this is a voluntary scheme. Indian Army is a voluntary army. We don't conscript soldiers. हमारे अनिवार्यता नहीं है, जिसको आना वो आए। अगर आपको नहीं लगती अच्छी स्कीम मत आओ। भाई आपको बोल कौन रहा है आने के लिए? आप बसें जला रहे हो, ट्रेन जला रहे हो, किसी ने आपको बोला कि हम आपको फौज में लेंगे? पहले तो आप हमारे मापदंडों पे खरे उतरो ना, उसके बाद हम फौज में लेंगे आप। ਤੇ ਸਾਡੇ ਨਾਲ ਵੱਖ-ਵੱਖ ਪਾਰਟੀਆਂ ਦੇ ਬੁਲਾਰੇ ਜੁੜਨਗੇ ਅੱਜ ਚਰਚਾ ਕਰਨ ਦੇ ਲਈ। ਤਾਂ ਸਭ ਤੋਂ ਪਹਿਲਾਂ ਸਾਡੇ ਨਾਲ ਹਜੇ ਨਵਦੀਪ ਜਿਹੜਾ ਜੁੜੇ ਹੋਏ ਨੇ, ਕਾਂਗਰਸ ਪਾਰਟੀ ਦੇ ਬੁਲਾਰੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ ਇੰਡੀਆ ਨਿਊਜ਼ ਪੰਜਾਬ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਆਖਰਕਾਰ ਕਾਂਗਰਸ ਪਾਰਟੀ ਕਿਵੇਂ ਦੇਖਦੀ ਹੈ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ। ਜਿਹੜਾ ਜੀ ਜੇਕਰ ਦੇਖਿਆ ਜਾਵੇ ਇੰਡੀਅਨ ਆਰਮੀ ਫੌਜ ਨਾ ਤਾਂ ਬੀਜੇਪੀ ਦੀ ਹੈ ਨਾ ਕਾਂਗਰਸ ਦੀ ਹੈ, ਦੇਸ਼ ਦੇ ਲੋਕਾਂ ਦੀ ਹੈ। ਜੇ ਡਿਸੀਜਨ ਗਲਤ ਹੋ ਜਾਂਦੇ ਨੇ ਤਾਂ ਦੇਸ਼ ਦੇ ਲੋਕ ਅੱਗੇ ਆਉਂਦੇ ਹੋਏ ਵੀ ਦਿਖਾਈ ਦਿੱਤੇ ਨੇ। ਰਾਤੋਂ ਰਾਤ ਫੈਸਲੇ ਲਏ ਗਏ ਨੇ। ਰਾਤੋਂ ਰਾਤ ਜੇਕਰ ਆਪਾਂ ਦੇਖੀਏ ਤਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਫੈਸਲੇ ਹੋਏ ਸੀ, ਇਸੇ ਤਰੀਕੇ ਵਿਚਾਰ ਵਟਾਂਦਰਾ ਹੋਇਆ ਸੀ। ਨੋਟਬੰਦੀ ਵਰਗੇ ਫੈਸਲੇ, GST ਵਰਗੇ ਫੈਸਲੇ, ਲੋਕਡਾਊਨ ਲਾਉਣ ਵਰਗੇ ਫੈਸਲੇ, ਜਾਂ ਹੁਣ ਸਰਕਾਰ ਦੇ ਵੱਲੋਂ ਇਹ ਵੀ ਅਚਾਨਕ ਫੈਸਲਾ ਲੈ ਲਿੱਤਾ ਜਾਂਦਾ ਹੈ ਜਿਹੜਾ ਫੌਜ ਨੂੰ ਹੁਣ ਠੇਕੇ 'ਤੇ ਇਲਜ਼ਾਮ ਇਹੀ ਲੱਗਦਾ ਹੈ ਵਿਰੋਧੀ ਧਿਰਾਂ ਦੇ ਵੱਲੋਂ ਕਿ ਫੌਜ ਠੇਕੇ 'ਤੇ ਚੜਾਈ ਜਾ ਰਹੀ ਹੈ। ਤਾਂ ਕੀ ਲੱਗਦਾ ਹੈ ਨਫਾ ਹੋਵੇਗਾ, ਨੁਕਸਾਨ ਹੋਵੇਗਾ? ਨੌਜਵਾਨ ਪ੍ਰਦਰਸ਼ਨ ਕਰਦੇ ਨੇ, ਭੰਨਤੋੜ ਹੋ ਰਹੀ ਹੈ, ਸਾੜ ਫੂਸ ਹੋ ਰਹੀ ਹੈ, ਪ੍ਰਭਾਵ ਕੋਈ ਵੀ ਨਹੀਂ ਪੈ ਰਿਹਾ। ਕੀ ਮੰਨਦੇ ਹੋ ਕਿ ਸਰਕਾਰ ਦੇਸ਼ ਨੂੰ ਸਮਝ ਨਹੀਂ ਪਾਉਂਦੀ, ਜਾਂ ਜਿਸ ਤਰੀਕੇ ਸਰਕਾਰ ਕਹਿੰਦੀ ਹੈ ਕਿ ਸਾਡੀ ਗੱਲ ਨੂੰ ਦੇਸ਼ ਨਹੀਂ ਸਮਝਦਾ, ਸਾਡੀ ਗੱਲ ਨੂੰ ਦੇਸ਼ ਦੇ ਲੋਕ ਨਹੀਂ ਸਮਝਦੇ, ਕਿੱਥੇ ਤਾਲਮੇਲ ਦੀ ਕਮੀ ਰਹਿ ਰਹੀ ਹੈ? ਤੁਸੀਂ ਕੀ ਕਾਰਨ ਮੰਨਦੇ ਹੋ? ਮੈਂ ਆਮ ਆਦਮੀ ਪਾਰਟੀ ਵੱਲੋਂ ਨਵਦੀਪ ਜੀਤਾ। ਹੈਲੋ ਜੀ ਬਿਲਕੁਲ ਬਿਲकुल, ਜਿਹੜੇ ਜੀ ਮਾਫੀ ਚਾਹਾਂਗੇ ਨਵਦੀਪ ਜੀ,
ਜੀ ਪਹਿਲੀ ਗੱਲ ਤਾਂ ਜਿਹੜੀ ਸੈਂਟਰ ਸਰਕਾਰ ਵੱਲੋਂ ਫੈਸਲੇ ਲਏ ਜਾਂਦੇ ਆ ਉਹ ਮੁਹੰਮਦ ਤੁਗਲਕੀ ਫਰਮਾਨ ਹੁੰਦੇ ਆ ਹਮੇਸ਼ਾ। ਕਦੇ ਵੀ ਇਹਨਾਂ ਦੁਆਰਾ ਜਿਹੜੇ ਦੇਸ਼ ਵਾਸੀਆਂ ਦੇ ਹਿੱਤ ਵਿੱਚ ਫੈਸਲੇ ਨਹੀਂ ਲਏ ਜਾਂਦੇ, ਸਾਡੇ ਨੌਜਵਾਨਾਂ ਦੇ ਹਿੱਤ ਵਿੱਚ ਫੈਸਲੇ ਨਹੀਂ ਲਏ ਜਾਂਦੇ। ਜਿਵੇਂ ਪਹਿਲਾਂ ਜਿਹੜੇ ਕਾਲੇ ਕਾਨੂੰਨ ਸੀ, ਜਿਹੜੇ ਕਿਸਾਨਾਂ ਦੇ ਇੰਨੇ ਕਾਨੂੰਨ ਉਲਟ ਫੇਰ ਇਹਨਾਂ ਨੇ ਕੀਤੀ ਸੀ, ਉਹਦਾ ਵੀ ਖਮਿਆਜਾ ਇਹਨਾਂ ਨੂੰ ਜਿਹੜੀ ਸਰਕਾਰ ਨੂੰ ਭੁਗਤਣਾ ਪਿਆ ਹੈ। ਔਰ ਜਿਹੜੀ ਆਰਮੀ ਦੇ ਵਿੱਚ ਭਰਤੀ ਦੀ ਗੱਲ ਕਰਦੇ ਆ, ਕਹਿੰਦੇ ਕਿ 4 ਸਾਲ ਦੇ ਵਿੱਚ ਜੇ ਕੋਈ ਕੰਟੀਨਿਊ ਕੀਤਾ ਗਿਆ ਤਾਂ ਕਰਾਂਗੇ ਤੇ ਨਹੀਂ ਤਾਂ ਉਹਨੂੰ ਬਾਹਰ ਦਾ ਰਸਤਾ ਦਿਖਾਵਾਂਗੇ। 4 ਸਾਲ ਦੇ ਵਿੱਚ ਇੱਕ ਨੌਜਵਾਨ ਆਪਦੀ ਸਾਰੀ ਜ਼ਿੰਦਗੀ, ਆਪਦੀ ਜਵਾਨੀ ਬਰਬਾਦ ਕਰਕੇ ਕਿਸ ਤਰ੍ਹਾਂ ਦੇਸ਼ ਦੀਆਂ ਸਰਹੱਦਾਂ ਉੱਪਰ ਲੜੇਗਾ? ਕਿਉਂਕਿ ਜਿਹੜੀ ਇਹ ਜੌਬ ਹੈ ਕੋਈ ਈਜ਼ੀ ਜੌਬ ਨਹੀਂ ਗੀ। ਇੰਨੇ ਮਾਈਨਸ ਟੈਂਪਰੇਚਰ ਦੇ ਵਿੱਚ, ਇੰਨੇ ਹਾਈ ਟੈਂਪਰੇਚਰ ਦੇ ਵਿੱਚ ਖੜ ਕੇ ਜਿਹੜੀ ਜੌਬ ਕਰਨੀ ਪੈਂਦੀ ਹੈ। ਉਸ ਤੋਂ ਬਾਅਦ ਜਿਹੜੀਆਂ ਇਹ ਫੈਸਿਲਿਟੀ ਲਿੱਤੀਆਂ ਜਾਂਦੀਆਂ ਸੀਗੀਆਂ ਜਿਹੜੀ ਸਾਡੇ ਆਰਮੀ ਵੱਲੋਂ। ਔਰ ਇਹ ਕਹਿ ਦੇਣਾ ਕਿ ਜੇ ਤੁਸੀਂ ਕੁਆਲੀਫਾਈ ਕਰੋਗੇ ਤਾਂ ਅੱਗੇ ਕਰਦੇ, ਜਿਹੜੇ ਮਿਨਿਸਟਰ ਸਾਹਿਬ ਨੇ ਬਿਆਨ ਦਿੱਤਾ ਹੈ ਉਹ ਵੀ ਬੜੇ ਹੱਸ ਕੇ ਦਿੱਤਾ ਹੈ ਕਿ ਅਸੀਂ ਤੁਹਾਨੂੰ ਫੋਰਸੀਬਲ ਜਿਹੜਾ ਜੁਆਇਨ ਕਰਵਾ ਰਹੇ ਹਾਂ। ਬਿਲਕੁਲ ਤੁਹਾਡੀ ਇਹਨਾਂ ਦੀ ਗੱਲ ਦਰੁਸਤ ਆ ਕਿ ਇਹਨਾਂ ਨੇ ਸਾਰਾ ਪੰਜਾਬ ਦਾ ਨੌਜਵਾਨ ਜਿਹੜਾ ਬੇਰੁਜ਼ਗਾਰ ਕਰਤਾ। ਇਹਨਾਂ ਨੂੰ ਕਿਸੇ ਨੂੰ ਜੁਆਇਨ ਕਰਾਉਣ ਦੀ ਤਾਂ ਗੱਲ ਹੀ ਨਹੀਂ ਕੀਤੀ। ਔਰ ਜੇ ਆਰਮੀ ਵਿੱਚ ਵੀ ਜੁਆਇਨ ਕਰਾਉਣ ਦੀ ਗੱਲ ਕਰਦੇ ਆ ਤਾਂ ਆਰਮੀ ਨੂੰ ਵੀ ਠੇਕੇ ਉੱਪਰ ਦੇਣ ਜਾ ਰਹੇ ਆ। ਮੈਨੂੰ ਲੱਗਦਾ ਹੌਲੀ ਹੌਲੀ ਸਾਰਾ ਦੇਸ਼ ਨੂੰ ਠੇਕੇ ਉੱਪਰ ਦੇ ਦੇਣਗੇ। ਇੱਕ 4 ਸਾਲ ਦੇ ਲਈ ਕਿਹੜਾ ਨੌਜਵਾਨ ਆਪਣਾ ਕੈਰੀਅਰ ਬਰਬਾਦ ਕਰੇਗਾ? ਸੋ ਇਹਨਾਂ ਦਾ ਜਿਹੜਾ ਫਰਮਾਨ ਹੈ ਤੁਗਲਕੀ ਫਰਮਾਨ ਹੈ, ਇਹਨੂੰ ਬਿਲਕੁਲ ਵਿਡਰਾਅ ਕਰਨਾ ਪਏਗਾ ਤਾਂ ਨਹੀਂ ਬਹੁਤ ਜ਼ਿਆਦਾ ਨੁਕਸਾਨ ਹੋਏਗਾ। ਸੋ ਇਹਨਾਂ ਨੂੰ ਬੇਨਤੀ ਹੈ ਕਿ ਅਜਿਹੇ ਤੁਗਲਕੀ ਫਰਮਾਨ ਨਾ ਜਾਰੀ ਕਰਿਆ ਕਰੋ ਤਾਂ ਕਿ ਦੇਸ਼ ਦਾ ਨੁਕਸਾਨ ਨਾ ਹੋਵੇ। ਅੱਛਾ ਨਵਦੀਪ ਜੀ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੀ ਆਏ ਸੀ ਇਸ ਬਾਬਤੀ ਬਿਆਨ। ਉਹ ਕਹਿੰਦੇ ਨੇ ਕਿ ਪਹਿਲਾਂ ਕਾਲੇ ਕਾਨੂੰਨ ਲਾਗੂ ਹੋਏ, ਖੇਤੀ ਕਾਨੂੰਨਾਂ ਨੂੰ ਲੋਕ ਕਾਲੇ ਕਾਨੂੰਨ ਕਹਿੰਦੇ ਸੀ, ਕਾਲੇ ਖੇਤੀ ਕਾਨੂੰਨ, ਤੇ ਹੁਣ ਕਹਿੰਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿ ਇਹ ਜਿਹੜੀ ਅਗਨੀਪਥ ਯੋਜਨਾ ਹੈ, ਸਕੀਮ ਹੈ, ਇਸ ਨੂੰ ਕਾਲੀ ਸਕੀਮ ਕਹਿੰਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ। ਤਾਂ ਕਾਲੀ ਸਕੀਮ ਕਹਿ ਦਿੱਤਾ ਉਹਨਾਂ ਨੇ। ਇਸ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਬਿਲਕੁਲ ਜੀ, ਮੈਂ ਤਾਂ ਕਹਿੰਦਾ ਵੀ ਇਸ ਤੋਂ ਉੱਪਰ ਕੋਈ ਵਰਡਸ ਜੇ ਹੈ ਤਾਂ ਉਹ ਕਹਿ ਸਕਦੇ ਆ। ਕਾਲੀ ਸਕੀਮ ਤਾਂ ਬਿਲਕੁਲ ਕਾਲੀ ਸਕੀਮ ਹੈ, ਜਿਹੜੇ ਸਾਡੇ ਨੌਜਵਾਨ ਦੇ ਫਿਊਚਰ ਨਾਲ ਬਹੁਤ ਵੱਡਾ ਖਿਲਵਾੜ ਹੈ। ਇਸ ਦੇ ਨਾਲ ਸਾਡੀ ਜਿਹੜੀ ਨੌਜਵਾਨ ਆ ਉਹਨਾਂ ਨੂੰ ਬਹੁਤ ਹੀ ਨਮੂਨਾ ਸਾਹਮਣਾ ਕਰਨਾ ਪਿਆ, ਇਕੱਲੇ ਦੇਸ਼ ਦੇ ਵਿੱਚ ਨਹੀਂ ਵਰਲਡ ਦੇ ਵਿੱਚ। ਤਾਂ ਉਹਨਾਂ ਨੂੰ ਇਦਾਂ ਲੱਗਦਾ ਕਿ ਪੰਜਾਬ, ਦੇਖੋ ਜਾਂ ਤਾਂ ਇਹ ਹੁੰਦਾ ਵੀ ਇਹਨਾਂ ਨੇ ਪੰਜਾਬ ਦੀ ਜਵਾਨੀ ਨੂੰ ਇਸ ਤਰ੍ਹਾਂ ਬਰਬਾਦ ਕਰਤਾ ਪਹਿਲਾਂ ਬੇਰੁਜ਼ਗਾਰ ਕਰਕੇ, ਤੇ ਉਹਨਾਂ ਨੂੰ ਕੁਆਲੀਫਾਈ ਨਹੀਂ ਸਮਝਦਾ ਕੋਈ ਕਰ ਸਕਦਾਗਾ। ਜਿਹੜੇ ਸਾਡੇ ਨੌਜਵਾਨ ਵਿਚਾਰੇ ਤਿਆਰੀ ਦੇ ਉੱਪਰ 10-10 ਸਾਲ ਕਰੀਬ ਉਹ ਆਪਦੇ ਲਗਾ ਦਿੰਦੇ ਯਾਰ, ਉਸ ਤੋਂ ਬਾਅਦ ਉਹਨੂੰ ਕਹਿ ਦੇਣਾ ਕਿ 4 ਸਾਲ ਬਾਅਦ ਉਹਨੂੰ ਰਿਟਾਇਰ ਕਰਕੇ ਉਸ ਤੋਂ ਬਾਅਦ ਜਿਹੜੀ ਇੰਨਾ ਕੁ ਪੈਸਾ ਦਿੱਤਾ ਜਾਊਗਾ ਤਾਂ ਆਪਦੇ ਘਰੇ ਬੈਠ ਜਾਓ। ਮੇਰਾ ਖਿਆਲ ਕੋਈ ਸਰਹੱਦਾਂ ਤੇ ਖੜ ਕੇ ਆਪਦੀ ਹਿੱਕ ਦੇ ਵਿੱਚ ਗੋਲੀ ਨਹੀਂ ਮਰਵਾਏਗਾ ਇਦਾਂ ਦੀਆਂ ਸਕੀਮਾਂ ਦੇ ਨਾਲ। ਸੋ ਇਹ ਤੁਗਲਕੀ ਫਰਮਾਨ ਨੂੰ ਜਦੋਂ ਤੱਕ ਵਾਪਸ ਨਹੀਂ ਕਰਨਗੇ, ਆਮ ਆਦਮੀ ਪਾਰਟੀ ਦਾ ਵਿਰੋਧ ਕਰਦੀ ਰਹੂਗੀ। ਜੀ ਤਾਂ ਨਵਦੀਪ ਜੀ, ਇੱਕ ਪਾਸੇ ਬੇਰੁਜ਼ਗਾਰੀ ਵੀ ਕਾਫੀ ਵੱਧਦੀ ਹੈ। ਬੇਰੁਜ਼ਗਾਰੀ ਨੂੰ ਦੇਖ ਕੇ ਕਹਿੰਦੇ ਕਿ ਅਸੀਂ ਬੇਰੁਜ਼ਗਾਰੀ ਨੂੰ ਘੱਟ ਕਰਨ ਦੇ ਲਈ ਇਸ ਤਰੀਕੇ ਦੇ ਐਲਾਨ ਕੀਤੇ ਨੇ। ਤਾਂ ਹੁਣ ਆਏ ਦਿਨ ਨਵਾਂ ਬਿਆਨ ਕਰ ਦਿੱਤਾ ਜਾਂਦਾ ਹੈ। ਤਾਂ ਹੁਣ ਇੱਥੋਂ ਤੱਕ ਵੀ ਕਹਿ ਦਿੱਤਾ ਗਿਆ ਹੈ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਹੀਂ ਕਹਿੰਦੇ ਨੇ ਕਿ ਮਤਾ ਪਾਇਆ ਜਾਵੇਗਾ, ਵਿਧਾਨ ਸਭਾ ਦੇ ਵਿੱਚ ਮਤਾ ਪੇਸ਼ ਕੀਤਾ ਜਾਵੇਗਾ। ਕੀ ਲੱਗਦਾ ਮਤੇ ਦੇ ਨਾਲ ਫੌਜ ਉੱਤੇ ਕੋਈ ਪ੍ਰਭਾਵ ਪਵੇਗਾ? ਫੌਜ ਆਪਣੀ ਯੋਜਨਾ ਬਦਲੇਗੀ? ਕੀ ਮਤੇ ਦਾ ਕਿੰਨਾ ਕੁ ਅਸਰ ਰਹਿਣ ਵਾਲਾ ਹੈ? ਕੀ ਮੰਨਦੇ ਹੋ ਤੁਸੀਂ ਉਸ ਮਤੇ ਦੇ ਨਾਲ ਕੀ ਪ੍ਰਭਾਵ ਪੈ ਜਾਏਗਾ? ਕੀ ਚੇਂਜਿਸ ਆ ਜਾਣਗੇ ਫੌਜ ਦੇ ਵਿੱਚ? ਜੀ ਮੈਂ ਇੱਕ ਬਾਤ ਕਰਨਾ ਚਾਹੁੰਦਾ ਕਿ ਇਸ ਤਰ੍ਹਾਂ ਦੇ ਜਿਹੜੇ ਤੁਗਲਕੀ ਫਰਮਾਨ ਜਿਹਨਾਂ ਨੂੰ ਮੈਂ ਨਾਮ ਦਿੰਦਾ ਹੁੰਦਾ ਜਾਰੀ ਕਰਨ ਦਾ, ਕਿਤੇ ਇਹ ਨਾ ਹੋਵੇ ਸਾਡਾ ਜਿਹੜਾ ਦੇਸ਼ ਇੱਕ ਪੀਸਫੁਲੀ, ਸਾਡੀ ਇੱਕ ਫੌਜ ਹੈ ਜਿਹੜੀ ਬੜੀ ਬਰੇਵ, ਸਾਡੇ ਸੋਲਜਰ ਨੇ ਜਿਹੜੇ ਜਿਨ੍ਹਾਂ ਤੋਂ ਕਿ ਆਂਢ ਗੁਆਂਢ ਦੇ ਇਕੱਲੇ ਕੰਟਰੀ ਨਹੀਂ ਓਵਰਆਲ ਵਰਲਡ ਦੇ ਡਰਦੇ ਆ। ਕਿਤੇ ਇਹ ਨਾ ਹੋ ਜੇ ਕਿ ਉਹਨਾਂ ਨੂੰ ਤੁਸੀਂ ਇਹਨਾਂ ਡਿਮੋਰਲਾਈਜ਼ ਕਰ ਦੋ, ਕਿਉਂਕਿ ਉਹਨਾਂ ਦੇ ਵੀ ਗਾਹਾਂ ਬੱਚੇ ਹੈ ਜਿਹੜੇ ਸਾਡੇ ਨਵੇਂ ਭਰਤੀ ਹੋਣੇ ਆ, ਉਹਨਾਂ ਦੇ ਬੱਚੇ ਜਾਂ ਗਾਹਾਂ ਆਮ ਲੋਕਾਂ ਦੇ ਬੱਚਿਆਂ ਨੇ ਭਰਤੀ ਕਰਨਾ। ਤੁਸੀਂ ਅੱਜ ਤੱਕ ਕਿਸੇ ਕੰਟਰੀ ਦੇਖੋ, ਫੋਰਨ ਕੰਟਰੀਜ਼ ਆ, ਉਹਨਾਂ ਦੀ ਹੋਲ ਲਾਈਫ ਨੂੰ ਸੇਫ ਕੀਤਾ ਜਾਂਦਾ ਹੈ ਇੰਸ਼ੋਰੈਂਸ ਕਰਕੇ, ਉਹਨਾਂ ਦੀ ਜੌਬ ਕਰਕੇ, ਉਹਨਾਂ ਨੂੰ ਪੈਨਸ਼ਨਸ ਦੇ ਕੇ। ਔਰ ਸਾਡੀ ਤਾਂ ਲਾਈਫ ਨਾਲ ਖਿਲਵਾੜ ਕੀਤਾ ਜਾ ਰਿਹਾ। 4 ਸਾਲ ਦੇ ਵਿੱਚ ਕਿਹੜਾ ਮੈਨੂੰ ਸਮਝ ਨਹੀਂ ਲੱਗਦੀ ਵੀ ਜਿਹੜਾ ਨੌਜਵਾਨ ਹੈ ਆਪਦਾ ਜਾ ਕੇ ਬਾਰਡਰਸ ਦੇ ਉੱਪਰ ਆਪਦੀ ਜਾ ਕੇ ਜਾਨ ਦੇਵੇਗਾ। ਸੋ ਇਹ ਬੜੀਆ ਘਟੀਆ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ। ਬਿਲਕੁਲ ਇਹਨੂੰ ਕੁਝ ਵੀ ਆਪਾਂ ਬਿਲਕੁਲ ਨਵਦੀਪ ਜੀ, ਇਹ ਸਵਾਲ ਸੀ ਕਿ ਮਤਾ ਪਾਉਣ ਨੂੰ ਕਹਿੰਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿ ਵਿਧਾਨ ਸਭਾ 'ਚ ਮਤਾ ਪੇਸ਼ ਕੀਤਾ ਜਾਵੇਗਾ। ਕੀ ਲੱਗਦਾ ਮਤੇ ਦੇ ਨਾਲ ਹੱਲ ਹੋ ਜਾਵੇਗਾ? ਮਤੇ ਦੇ ਨਾਲ ਬਦਲੇਗੀ ਭਾਰਤੀ ਫੌਜ? ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਜਿੰਨਾ ਸਾਡੀ ਪੰਜਾਬ ਸਰਕਾਰ ਤੋਂ ਹੋ ਸਕਿਆ ਮਤੇ ਪਾਉਣੇ, ਮਤੇ ਵੀ ਪਾਵਾਂਗੇ, ਵਿਰੋਧ ਕਰਨਾ ਵਿਰੋਧ ਵੀ ਕਰਾਂਗੇ। ਜਿੰਨਾ ਕੁਝ ਪੰਜਾਬ ਸਰਕਾਰ ਕਰ ਸਕਦੀ ਕਰੇਗੀ। ਅਸੀਂ ਹੋਰ ਜਿਹੜੇ ਸਟੇਟ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਜਿਹੜੇ ਤੁਗਲਕੀ ਫਰਮਾਨਾਂ ਨੂੰ ਵਾਪਸ ਕਰਾਉਣ ਦੇ ਲਈ ਸਾਰੇ ਮਤੇ ਪਾ ਕੇ ਭੇਜੋ, ਤਾਂ ਕਿ ਆਪਾਂ ਜਿਹੜੇ ਸਾਡੇ ਪੰਜਾਬ ਦਾ ਯੂਥ ਆ, ਸਾਡੇ ਜਿਹੜਾ ਦੇਸ਼ ਦਾ ਯੂਥ, ਉਹਨੂੰ ਬਚਾ ਸਕੀਏ। ਅੱਛਾ, ਕਿਹਾ ਗਿਆ ਹੁਣ ਮੁਖੀਆਂ ਦੇ ਵੱਲੋਂ ਵੀ ਕਿ ਕੇਂਦਰੀ ਮੰਤਰੀ ਵੀਕੇ ਸਿੰਘ ਦੇ ਉਹਨਾਂ ਦੇ ਵੀ ਬਿਆਨ ਸਾਹਮਣੇ ਆਏ ਨੇ। ਉਹ ਕਹਿੰਦੇ ਨੇ ਕਿ ਭਾਰਤੀ ਜਿਹੜੀ ਫੌਜ ਆ, ਆਰਮੀ ਆ, ਕੋਈ ਕੰਪਨੀ ਨਹੀਂ, ਕੋਈ ਫਰਮ ਨਹੀਂ ਜਿਸ ਦੇ ਵਿੱਚ ਕੋਈ ਨੌਕਰੀ ਦੇ ਲਈ ਕੋਈ ਕਰਦਾ, ਕੋਈ ਆਮਦਨ ਦਾ ਸਾਧਨ ਨਹੀਂ। ਉਹ ਕਹਿੰਦੇ ਤਾਂ ਦੇਸ਼ ਦੀ ਸੇਵਾ, ਜਿਸ ਨੂੰ ਯੋਜਨਾ ਪਸੰਦ ਹੈ ਉਹ ਆ ਕੇ ਜੁਆਇਨ ਕਰ ਲਵੇ, ਜਿਸ ਨੂੰ ਯੋਜਨਾ ਨਹੀਂ ਪਸੰਦ ਅਸੀਂ ਕਿਹੜੇ ਕਹਿੰਦੇ ਆਉਣ ਨੂੰ ਕਹਿੰਦੇ ਆ। ਤਾਂ
ਇਹ ਕੀ ਗੱਲ ਹੋਈ? ਇਸ ਬਾਰੇ ਕੀ ਸੋਚਦੀ ਆਮ ਆਦਮੀ ਪਾਰਟੀ? ਕਿ ਉਹਨਾਂ ਨੇ ਤਾਂ ਕਹਿ ਦਿੱਤਾ ਹੈ ਕਿ ਯੋਜਨਾ ਤਾਂ ਲਾਗੂ ਹੋਗੀ, ਇਹ ਤਾਂ ਇਸੇ ਤਰੀਕੇ ਰਹੇਗੀ, ਜਿਸਨੇ ਭਰਤੀ ਹੋਣਾ ਹੋ ਜੋ, ਜਿਸਨੇ ਭਰਤੀ ਨਹੀਂ ਹੋਣਾ ਨਾ ਹੋ। ਇਸ ਬਾਰੇ ਕੀ ਕਹਿਣਾ ਚਾਹੋਗੇ? ਮੈਨੂੰ ਲੱਗਦਾ ਵੀ ਇਸ ਬਿਆਨ ਦੇ ਪਿੱਛੇ ਕੋਈ ਬਹੁਤੀ ਸਪੋਰਟਿਵ ਆਪਾਂ ਗੱਲ ਨਹੀਂ ਕਹਿ ਸਕਦੇ, ਕਿਉਂਕਿ ਜੀ ਦੇਖੋ ਜਿਹੜੇ ਵੀਕੇ ਸਿੰਘ ਜੀ ਨੂੰ ਪਤਾ ਹੈ ਵੀ ਜਿਹੜੇ ਦੇਸ਼ ਦੇ ਸਾਡੇ ਨੌਜਵਾਨ ਹੈ ਉਹ ਕਿੱਦਾਂ ਜਿਹੜੇ ਪਹਿਲਾਂ ਭਰਤੀ ਹੁੰਦੇ ਆ, ਫਿਰ ਕਿੱਦਾਂ ਜਿਹੜਾ ਉਹਨਾਂ ਦਾ ਸਾਰਾ ਸਿਸਟਮ ਚੱਲਦਾ। ਕੋਈ ਫਰਮ ਨਹੀਂ, ਦੇਖੋ ਜਿਹੜਾ ਦੇਸ਼ ਨੂੰ ਫਰਮ ਬਣਾਉਣਾ ਹੈ, ਦੇਸ਼ ਇਹ ਕੰਪਨੀ ਬਣਾ ਰੱਖੀ ਆ, ਕਿਉਂਕਿ ਹਰ ਇੱਕ ਚੀਜ਼ ਜਿਹੜਾ ਪ੍ਰਾਈਵੇਟੇਸ਼ਨ ਕੀਤਾ ਜਾ ਰਿਹਾ ਹੈ। ਤਾਂ ਜੇ ਕਿ ਫੌਜ ਹੀ ਸਾਡੇ ਦੇਸ਼ ਦੀ ਜੇਕਰ ਠੇਕੇ ਦੇਤੀ, ਪ੍ਰਾਈਵੇਟੇਸ਼ਨ ਕਰਤੀ, ਉਹਦੇ ਵਿੱਚ ਵੀ ਜਿਹੜੀਆਂ ਕੰਡੀਸ਼ਨਸ ਲਗਾ ਦਿੱਤੀਆਂ ਗਈਆਂ, ਤਾਂ ਮੇਰਾ ਖਿਆਲ ਹੈ ਵੀ ਉਸ ਤੋਂ ਉੱਤੇ ਤਾਂ ਕੋਈ ਗੱਲ ਹੋ ਨਹੀਂ ਸਕਦੀ। ਬਿਲਕੁਲ। ਇਹ ਤਾਂ ਨਵਦੀਪ ਜੀ ਅਸੀਂ ਨਹੀਂ ਚਾਹੁੰਦੇ, ਇੰਡੀਆ ਨਿਊਜ਼ ਪੰਜਾਬ ਨਹੀਂ ਚਾਹੁੰਦਾ ਕਿ ਹਿੰਸਾ ਹੋਵੇ, ਸ਼ਾਂਤੀ ਚਾਹੁੰਦੇ ਆ ਕਿ ਦੇਸ਼ ਦੇ ਵਿੱਚ ਸ਼ਾਂਤੀ ਬਣੀ ਰਹੇ। ਤਾਂ ਬੇਰੁਜ਼ਗਾਰੀ ਵੱਡਾ ਮੁੱਦਾ ਹੈ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਵੀ ਹੈ, ਦੇਸ਼ ਦੇ ਵਿੱਚ ਵੱਡਾ ਮੁੱਦਾ ਬੇਰੁਜ਼ਗਾਰੀ, ਤੇ ਉਸ ਦਾ ਹੱਲ ਕਰਨ ਦੇ ਲਈ ਜਿਹੜੇ ਨਵੇਂ ਐਲਾਨ ਕੀਤੇ ਜਾ ਰਹੇ ਨੇ, ਤਾਂ ਫੌਜ ਦੇ ਮੁਖੀਆਂ ਦਾ ਵੀ ਇਹੀ ਕਹਿਣਾ ਸੀ। ਉਹਨਾਂ ਨੇ ਵੀ ਇਸ ਸਕੀਮ ਦਾ ਸਮਰਥਨ ਕੀਤਾ, ਇਸ ਯੋਜਨਾ ਦਾ ਸਮਰਥਨ ਕੀਤਾ। ਬੀਤੇ ਦਿਨ ਉਹਨਾਂ ਦੇ ਵੀ ਬਿਆਨ ਸਾਹਮਣੇ ਆਏ ਸੀ। ਤਾਂ ਤੁਸੀਂ ਕੀ ਮੰਨਦੇ ਹੋ, ਕੋਈ ਸਿਆਸੀ ਦਬਾਅ ਤਾਂ ਨਹੀਂ ਕਿ ਉਹਨਾਂ ਨੇ ਦੇਖਿਆ ਫੌਜ ਦੇ ਮੁਖੀਆਂ ਨੇ ਵੱਖ-ਵੱਖ, ਚਾਹੇ ਹਵਾਈ ਫੌਜ ਹੈ, ਨੇਵੀ ਹੈ, ਚਾਹੇ ਥਲ ਸੈਨਾ ਹੈ, ਕਿ ਸਰਕਾਰ ਘਿਰਦੀ ਹੋਈ ਨਜ਼ਰ ਆ ਰਹੀ ਹੈ, ਕਿ ਸਰਕਾਰ ਦੇ ਦਬਾਅ ਕਰਕੇ ਉਹਨਾਂ ਫੌਜ ਦੇ ਮੁਖੀਆਂ ਨੇ ਜਿਹੜਾ ਅਗਨੀਪਥ ਯੋਜਨਾ ਦਾ ਸਮਰਥਨ ਕੀਤਾ, ਉਸ ਬਾਬਤ ਉਸ ਨੂੰ ਲਾਗੂ ਕਰਨ ਦੀ ਗੱਲ ਕੀਤੀ ਹੈ, ਉਸ ਯੋਜਨਾ ਦੀ ਜੋ ਪੋਜ਼ਿਟਿਵਿਟੀ ਦੱਸੀ ਹੈ? ਕੀ ਮੰਨਦੇ ਹੋ ਕਿ ਕੋਈ ਸਰਕਾਰੀ ਦਬਾਅ ਤਾਂ ਨਹੀਂ ਆਰਮੀ ਤੇ, ਕਿਉਂਕਿ ਆਜ਼ਾਦ ਆਰਮੀ ਇੰਡੀਪੈਂਡੈਂਟ ਹੈ? ਬਿਲਕੁਲ ਜੀ, ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਆਰਮੀ ਦੇ ਇੰਡੀਪੈਂਡੈਂਟ ਸੀਨੀਅਰ ਆਫੀਸਰ ਆ, ਉਹਨਾਂ ਨੂੰ ਪੰਜਾਬ ਜਿਹੜੇ ਹਿੰਦੁਸਤਾਨ ਸਾਡੇ ਭਾਰਤ ਦੇ ਨੌਜਵਾਨ ਜਿਹੜੇ ਬੇਰੁਜ਼ਗਾਰ, ਉਹਨਾਂ ਨਾਲ ਖੜਨਾ, ਕਿਉਂਕਿ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਸਾਡੇ ਦੇਸ਼ ਦੇ ਬੇਰੁਜ਼ਗਾਰ ਸਾਡੇ ਫੌਜ ਵਿੱਚ ਜਾਂਦੇ ਨੇ, ਔਰ ਉਹ ਆਪਦੀਆਂ ਸਰਹੱਦਾਂ ਤੇ ਖੜਦੇ ਨੇ, ਦਿਨ ਰਾਤ ਦੇਸ਼ ਦੀ ਸੇਵਾ ਕਰਦੇ ਨੇ, ਤਾਂ ਕਰਕੇ ਜਿਹੜੀਆਂ ਉਹਨੂੰ ਫੈਸਿਲਿਟੀ ਮਿਲਦੀਆਂ ਉਹ ਇੰਜੋਏ ਕਰਦੇ ਨੇ। ਜੇਕਰ ਇਦਾਂ ਦੀਆਂ ਗੱਲਾਂ ਹੋਊਗਾ, ਉਹਨਾਂ ਕੋਲ ਪ੍ਰੈਸ਼ਰ ਹੈ, ਪ੍ਰੈਸ਼ਰ ਬਿਲਡਅਪ ਕੀਤਾ ਜਾਂਦਾ, ਤਾਂ ਬਹੁਤ ਮਾੜੀ ਗੱਲ ਹੈ। ਔਰ ਸਰ ਮੈਂ 101% ਇਹ ਗੱਲ ਦਾ ਵਾਅਦਾ ਕਰਦਾ ਕਿ ਸਰਕਾਰ ਨੂੰ ਜਿਹੜਾ ਵਿਡਰਾਅ ਕਰਨਾ ਪਊਗਾ, ਕਿਉਂਕਿ ਦੇਖੋ ਪਹਿਲਾਂ ਜਿਹੜੇ ਕਾਲੇ ਕਾਨੂੰਨ, ਖੇਤੀ ਕਾਨੂੰਨ ਪਾਸ ਕੀਤੇ ਸੀ, ਉਹ ਉਸ ਤੋਂ ਵੀ ਬਹੁਤ ਜ਼ਿਆਦਾ ਵੱਡੀ ਮਾੜੀ ਗੱਲ ਨੇ ਕੀਤੀ ਹੈ, ਕਿਉਂਕਿ ਉਹ ਹਾਲ ਜਿਹੜਾ ਸਾਡਾ ਹਿੰਦੁਸਤਾਨ ਯੂਥ ਆ ਉਹਦੇ ਨਾਲ ਬਹੁਤ ਵੱਡਾ ਖਿਲਵਾੜ ਹੈ। ਔਰ ਜੇਕਰ ਤੁਸੀਂ ਬੇਰੁਜ਼ਗਾਰੀ ਦੀ ਗੱਲ ਕਰਦੇ ਹੋ, ਤਾਂ ਬੇਰੁਜ਼ਗਾਰੀ ਦੇ ਜਿਹੜੇ ਸਾਧਨ ਪੈਦਾ ਕੀਤੇ ਜਾਣ ਰੁਜ਼ਗਾਰ ਦੇਣ ਦੇ, ਦੇਸ਼ ਲੈਵਲ ਤੇ ਸਟੇਟ ਲੈਵਲ ਤੇ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ। ਇਹ ਨਾ ਕਿਹਾ ਜਾਵੇ ਕਿ ਤੁਹਾਨੂੰ 4 ਸਾਲ ਦੇ ਵਿੱਚ ਡਿਸਕੁਆਲੀਫਾਈ ਕਰਕੇ ਘਰ ਵਿੱਚ ਬਿਠਾ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਤੁਹਾਡੀ ਕੋਈ ਸਾਨੂੰ ਲੋੜ ਨਹੀਂਗੀ। ਇਹਦੇ ਨਾਲ ਜਿਹੜਾ ਇੱਕ ਬਹੁਤ ਕੱਲਾ ਜਿਹੜੀ ਨਵੀਂ ਭਰਤੀ ਤੇ ਨਹੀਂ, ਜਿਹੜੇ ਭਰਤੀ ਹੋਈ ਸਾਡੀ ਫੌਜ ਦੇ ਜਵਾਨ ਆ ਉਹ ਵੀ ਡਿਮੋਰਲਾਈਜ਼ ਹੋਣਗੇ। ਇਹਦੇ ਨਾਲ ਬਹੁਤ ਵੱਡਾ ਜਿਹੜਾ ਅਸਰ ਸਾਡੇ ਦੇਸ਼ ਦੀ ਫੌਜ ਦੇ ਉੱਪਰ ਪਵੇਗਾ। ਅੱਛਾ ਨਵਦੀਪ ਜੀ, ਜਿਸ ਤਰੀਕੇ ਹੁਣ ਅਗਨੀਪਥ ਯੋਜਨਾ ਦੇ ਵਿੱਚ ਇਹੀ ਕਿਹਾ ਹੈ ਕਿ ਜਿਹੜਾ ਇਹ ਪ੍ਰਦਰਸ਼ਨ ਕਰਦੇ ਨੇ, ਪ੍ਰਦਰਸ਼ਨ ਦੇ ਵਿੱਚ ਜਿਨ੍ਹਾਂ ਦਾ ਨਾਮ ਸ਼ਾਮਲ ਹੈ, ਉਹਨਾਂ ਨੂੰ ਅਗਨੀਵੀਰ ਦੇ ਵਿੱਚ ਕੋਈ ਥਾਂ ਨਹੀਂ ਦਿੱਤੀ ਜਾਵੇਗੀ। ਤਾਂ ਹੁਣ ਨਵਦੀਪ ਜੀ, ਆਮ ਆਦਮੀ ਪਾਰਟੀ, ਪੰਜਾਬ ਸਰਕਾਰ ਇਸ ਬਾਬਤ ਕੀ ਕਰਨ ਜਾ ਰਹੀ ਹੈ? ਕਿਉਂਕਿ ਲੁਧਿਆਣਾ ਵਿਖੇ ਵੀ ਲੰਘੇ ਦਿਨਾਂ 'ਚ ਪ੍ਰਦਰਸ਼ਨ ਹੋਇਆ ਸੀ, 4 ਤੋਂ 5 ਨੌਜਵਾਨ ਹਿਰਾਸਤ ਦੇ ਵਿੱਚ ਲਏ ਸੀ, ਤਾਂ ਕਿਤੇ ਇਹ ਨਾ ਹੋਵੇ ਕਿ ਉਹਨਾਂ ਦਾ ਭਵਿੱਖ ਖਤਰੇ ਦੇ ਵਿੱਚ ਪੈ ਜਾਵੇ। ਉਹਨਾਂ ਦੇ ਭਵਿੱਖ ਨੂੰ ਬਚਾਉਣ ਦੇ ਲਈ, ਨੌਜਵਾਨਾਂ ਨੂੰ ਬਚਾਉਣ ਦੇ ਲਈ ਕੀ ਕਦਮ ਚੁੱਕਣਾ ਹੈ, ਕੀ ਕਦਮ ਚੁੱਕ ਰਹੀ ਹੈ ਆਮ ਆਦਮੀ ਪਾਰਟੀ, ਪੰਜਾਬ ਸਰਕਾਰ ਕੀ ਕਦਮ ਚੁੱਕ ਰਹੀ ਹੈ? ਦੇਖੋ ਸਰ, ਇਹ ਜਿਹੜਾ ਮੈਟਰ ਆ ਸਾਡੀ ਸੀਨੀਅਰ ਲੀਡਰਸ਼ਿਪ ਬੈਠ ਕੇ ਡਿਸਕਸ਼ਨ ਕਰੇਗੀ ਔਰ ਕਰ ਰਹੀ ਹੈ। ਉਸ ਮਸਲੇ ਦੇ ਉੱਪਰ ਬਹੁਤ ਗੰਭੀਰ ਹੈ। ਜਿਸ ਤਰ੍ਹਾਂ ਵੀ ਜਿਹੜੇ ਸਾਰਥਕ ਨਤੀਜੇ ਜਿਹੜੇ ਉਹਨਾਂ ਨੂੰ ਬਚਾਉਣ ਦੇ ਲਈ ਔਰ ਇਸ ਨਾਲ ਜਿਹੜੀ ਹੈ ਇਸ ਸਕੀਮ ਨੂੰ ਵਾਪਸ ਕਰਾਉਣ ਦੇ ਲਈ ਜਿਹੜੇ ਵੀ ਸਾਰਥਕ ਨਤੀਜੇ ਅਸੀਂ ਸੋਚਾਂਗੇ, ਉਹਨਾਂ ਨੂੰ ਇੰਪਲੀਮੈਂਟ ਕਰਵਾਇਆ ਜਾਵੇਗਾ ਔਰ ਸੈਂਟਰ ਸਰਕਾਰ ਨੂੰ ਮਜਬੂਰਨ ਇਸ ਨੂੰ ਵਾਪਸ ਲੈਣ ਲਈ ਜਿਹੜਾ ਹੈ ਸਾਰਾ ਕੁਝ ਕੀਤਾ ਜਾਵੇਗਾ। ਇਸ ਉੱਪਰ ਜਿਹੜੀ ਡਿਸਕਸ਼ਨ ਆ ਸਾਡੀ ਸੀਨੀਅਰ ਲੀਡਰਸ਼ਿਪ ਦੀ ਬਹੁਤ ਵੱਡੀ ਪੱਧਰ ਤੇ ਚੱਲ ਰਹੀ ਹੈ। ਠੀਕ ਹੈ, ਐਸਐਸ ਚੰਨੀ ਵੀ ਸਾਡੇ ਨਾਲ ਜੁੜੇ ਹੋਏ ਨੇ, ਬੁਲਾਰੇ ਨੇ ਬੀਜੇਪੀ ਦੇ। ਚੰਨੀ ਸਾਹਿਬ, ਸਵਾਗਤ ਹੈ। ਤਾਂ ਹੁਣ ਅਗਨੀਪਥ ਯੋਜਨਾ ਨੂੰ ਲੈ ਕੇ ਭਲੀਭਾਂਤ ਤੁਸੀਂ ਵੀ ਜਾਣੋ ਕਿ ਹਾਲਾਤ ਦੇਸ਼ ਦੇ ਬਣੇ ਹੋਏ ਨੇ। ਹਾਲਾਂਕਿ ਅਸੀਂ ਚਾਹੁੰਦੇ ਹਾਂ ਕਿ ਸ਼ਾਂਤੀ ਬਣੀ ਰਹੇ। ਇੰਡੀਆ ਨਿਊਜ਼ ਪੰਜਾਬ ਦਾ ਇਹੀ ਮਕਸਦ ਹੈ ਕਿ ਇਹੀ ਸਾਡੀ ਸੋਚ ਹੈ ਕਿ ਸਾਰੇ ਦੇਸ਼ ਦੇ ਵਿੱਚ ਸ਼ਾਂਤੀ ਬਣੀ ਰਹੇ, ਕਿਤੇ ਵੀ ਹਿੰਸਾ ਨਾ ਹੋਵੇ। ਪਰ ਹੁਣ ਕਰੀਏ ਕਿ ਸਰਕਾਰ ਦੇ ਵੱਲੋਂ ਫੈਸਲੇ ਇਹੋ ਜਿਹੇ ਲੈ ਲਿੱਤੇ ਜਾਂਦੇ ਨੇ ਜਿਨ੍ਹਾਂ ਦਾ ਵਿਰੋਧ ਲੋਕ ਕਰਦੇ ਨੇ, ਨੌਜਵਾਨ ਵਿਰੋਧ ਕਰਦੇ ਨੇ, ਨੌਜਵਾਨ ਰੋਸ ਦੇ ਵਿੱਚ ਨੇ। ਉਹਨਾਂ ਦੇ ਪ੍ਰਦਰਸ਼ਨ ਕਰਨ ਦਾ ਤਰੀਕਾ ਹੀ ਵੱਖਰਾ, ਭੰਨਤੋੜ ਕਰਦੇ ਹੋਏ ਨਜ਼ਰ ਆਉਂਦੇ ਨੇ। ਤਾਂ ਹੁਣ ਤੁਹਾਨੂੰ ਕੀ ਲੱਗਦਾ? ਬੀਤੇ ਦਿਨੀ ਪ੍ਰੈਸ ਕਾਨਫਰੰਸ ਹੋਈ ਹੈ, ਨਵੇਂ ਐਲਾਨ ਵੀ ਕਰੇ ਨੇ, ਭੱਤੇ ਦੀ ਵੀ ਗੱਲ ਕਰੀ ਹੈ ਤੇ 1 ਕਰੋੜ ਰੁਪਏ ਮੁਆਵਜ਼ੇ ਦੀ ਵੀ ਗੱਲ ਕੀਤੀ। ਜੇਕਰ ਕੋਈ ਨੌਜਵਾਨ ਜਦੋਂ ਫੌਜ ਦੇ ਵਿੱਚ ਭਰਤੀ ਹੋ ਜਾਵੇਗਾ ਅਗਨੀਪਥ ਯੋਜਨਾ ਦੇ ਰਾਹੀਂ, ਉਸ ਦੀ ਜੇਕਰ ਡਿਊਟੀ ਦੌਰਾਨ ਜੇਕਰ ਸ਼ਹੀਦ ਹੋ ਜਾਂਦਾ ਤਾਂ ਪਰਿਵਾਰਕ ਮੈਂਬਰਾਂ ਨੂੰ ਰਾਹਤ ਰਾਸ਼ੀ ਦੇ ਤੌਰ ਪਰ ਵੀ ਮਿਲੂਗੀ। ਕੀ ਲੱਗਦਾ ਇਹੋ ਜਿਹੇ ਐਲਾਨ ਦੇ ਨਾਲ ਜਿਹੜੀ ਭੰਨ ਤੋੜ ਹੈ, ਸੜ ਫੂਸ ਹੋ ਰਹੀ ਹੈ, ਪ੍ਰਦਰਸ਼ਨ ਹੈ, ਬੰਦ ਹੋ ਜਾਣਗੇ? ਕਿਉਂਕਿ ਆਏ ਦਿਨ ਪ੍ਰਦਰਸ਼ਨ ਵੱਧਦੇ ਨੇ, ਹੁਣ ਤਾਂ ਵੱਧਦੇ ਪੰਜਾਬ ਤੱਕ ਵੀ ਆ ਗਿਆ। ਅੱਜ ਭਾਰਤ ਬੰਦ ਦਾ ਸੱਦਾ ਸੀ। ਖੈਰ ਪੰਜਾਬ ਦੇ ਵਿੱਚ ਭਾਰਤ ਬੰਦ ਦੇ ਸੱਦੇ ਦਾ ਐਡਾ ਪ੍ਰਭਾਵ ਨਹੀਂ ਰਿਹਾ, ਪਰ ਫਿਰ ਵੀ ਲੁਧਿਆਣਾ ਵਿਖੇ ਦੇਖਿਆ ਭੰਨ ਤੋੜ ਹੋਈ ਹੈ।
ਤਾਂ ਜਾਂ ਇਸੇ ਤਰੀਕੇ ਕੇਂਦਰ ਆਪਣੀਆਂ ਆੜੀਆਂ ਤੇ ਰਹੇਗੀ ਕਿ ਜੇਕਰ ਅਸੀਂ ਕੋਈ ਫੈਸਲਾ ਕਰਤਾ, ਕੋਈ ਐਲਾਨ ਕਰਤਾ, ਉਸ ਦੇ ਵਿੱਚ ਕੋਈ ਸੋਧ ਨਹੀਂ ਹੋਵੇਗੀ, ਕੋਈ ਚੇਂਜਸ ਨਹੀਂ ਹੋਣਗੇ, ਜਾਂ ਪ੍ਰਦਰਸ਼ਨ ਜਿਹੜੇ ਚੱਲ ਰਹੇ ਨੇ, ਭੰਨਤੋੜ ਚੱਲ ਰਹੀ ਹੈ, ਉਸ ਨੂੰ ਰੋਕਣ ਦੇ ਲਈ ਸਰਕਾਰ ਕੁਝ ਕਰੇਗੀ, ਜਾਂ ਜਿਹੜੇ ਐਲਾਨ ਹੋਏ ਨੇ ਤੁਹਾਨੂੰ ਕੀ ਲੱਗਦਾ ਉਹਨਾਂ ਐਲਾਨਾਂ ਦਾ ਅਸਰ ਹੋਵੇਗਾ, ਉਸ ਦੇ ਨਾਲ ਭੰਨਤੋੜ ਸੜ ਫੂਸ ਪ੍ਰਦਰਸ਼ਨ ਬੰਦ ਹੋ ਜਾਣਗੇ? ਕੀ ਸੋਚਦੇ ਹੋ, ਕੀ ਮੰਨਦੀ ਹੈ ਭਾਰਤੀ ਜਨਤਾ ਪਾਰਟੀ? ਦੇਖੋ ਗੱਲ ਇਹ ਹੈਗੀ ਹੈ ਕਿ ਇਹ ਜਿਹੜੀ ਸਕੀਮ ਹੈਗੀ ਹੈ ਇਹ 1989 ਤੋਂ ਅੰਡਰ ਕੰਸੀਡਰੇਸ਼ਨ ਰਹੀ ਹੈ, ਔਰ ਜਿਹੜੀਆਂ ਦੁਨੀਆ ਦੀਆਂ ਬਾਕੀ ਵੀ ਆਰਮਡ ਫੋਰਸਿਸ ਨੇ ਉਹਨਾਂ ਦੇ ਵਿੱਚ ਜਿਹੜਾ ਯੂਥ ਹੁੰਦਾ ਹੈ ਉਹ ਇਨਸ਼ੋਰ ਕੀਤਾ ਜਾਂਦਾ ਹੈ ਕਿ ਉਸ ਤਰ੍ਹਾਂ ਹੋਵੇ। ਜਿਹੜੀ ਸਾਡੀ ਐਵਰੇਜ ਏਜ ਹੈਗੀ ਆਰਮੀ ਦੇ ਵਿੱਚ ਉਹ ਹੁਣ ਘਟਾਉਣ ਦੀ ਲੋੜ ਹੈਗੀ ਹੈ, ਔਰ ਉਸ ਕਰਕੇ ਇਹ ਜਿਹੜਾ ਯੂਥ ਹੈਗਾ ਉਹਦੀ ਅਸੀਂ ਐਂਟਰੀ ਜਿਹੜੀ ਕਰਵਾ ਰਹੇ। ਦੂਜੀ ਗੱਲ ਇਹ 1.3 ਮਿਲੀਅਨ ਦੀ ਜਿਹੜੀ ਆਰਮੀ ਸਾਡੀ ਹੈਗੀ ਹੈ ਉਹਦੀ ਸਟਰੈਂਥ ਘਟਾਉਣ ਦਾ ਕੋਈ ਇਰਾਦਾ ਨਹੀਂ, ਨਾ ਹੀ ਉਹ ਘਟਾਈ ਜਾ ਸਕਦੀ ਹੈ, ਨਾ ਹੀ ਅਸੀਂ ਘਟਾ ਰਹੇ ਹਾਂ। ਔਰ ਇੱਕ ਅੱਛੀ ਯੋਜਨਾ ਬਣਾ ਕੇ ਲੈ ਕੇ ਆਈ ਹੈ ਭਾਰਤ ਸਰਕਾਰ, ਜਿਹਦੇ ਨਾਲ ਜਿਹੜੇ ਹੈਗੇ ਨੇ ਉਹ ਦੇਖੋ 17.5 ਜਿਹੜਾ ਬੱਚਾ ਹੈਗਾ ਉਹਦੇ ਕੋਲ ਕੋਈ ਹੁਨਰ ਨਾ ਕੋਈ, ਔਰ ਉਸ ਬੱਚੇ ਨੂੰ ਅਸੀਂ ਟ੍ਰੇਨ ਕਰ ਰਹੇ ਹਾਂ। 25% ਦਾ ਉਹਦੇ ਵਿੱਚ ਰਹਿਣਗੇ, ਪਰ ਬਾਕੀ ਜਿਹੜੇ ਹੈਗੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਸਹੂਲਤਾਂ, ਜਿਵੇਂ ਤੁਸੀਂ ਆਪ ਹੀ ਦੱਸ ਰਹੇ, ਚਾਹੇ ਉਹਦੀ ਜਿਹੜਾ ਪੈਕੇਜ ਹੈਗਾ ਸੇਵਾ ਨਿਧੀ ਦੇ ਵਿੱਚ ਅਰਾਊਂਡ 12 ਲੱਖ ਰੁਪਈਆ ਉਹਨੂੰ ਮਿਲਣਾ ਹੈਗਾ, ਫਿਰ ਉਹਦੇ ਨਾਲ 48 ਲੱਖ ਦੀ ਉਹਦੀ ਇੰਸ਼ੋਰੈਂਸ ਮਿਲਣੀ ਹੈਗੀ ਹੈ, ਉਹਨੂੰ ਸਕਿੱਲ ਆਰਮੀ ਦੀ ਡਿਗਰੀ ਮਿਲਣੀ ਹੈ, ਉਹਦੀ ਸਰਟੀਫਿਕੇਸ਼ਨ ਹੋਣੀ, ਔਰ ਜਿੰਨੀਆਂ ਸਾਡੀਆਂ CAPF ਉਹਨਾਂ ਦੇ ਵਿੱਚ। ਅੱਛਾ ਚੰਨੀ ਜੀ ਤੁਸੀਂ ਸਹੂਲਤਾਂ ਦੀ ਚਲੋ ਗੱਲ ਕਰਦੇ ਆ, ਠੀਕ ਹੈ, ਪਰ ਦੂਜੇ ਪਾਸੇ 4 ਸਾਲ ਦੀ ਸਰਵਿਸ ਹੈ। ਜੇਕਰ 18 ਸਾਲ ਦਾ ਨੌਜਵਾਨ ਭਰਤੀ ਹੋ ਜਾਂਦਾ ਹੈ ਫੌਜ ਦੇ ਵਿੱਚ, ਤਾਂ ਕਿ ਉਹ 22 ਸਾਲ ਦਾ ਜਦੋਂ 4 ਸਾਲ ਦੀ ਸਰਵਿਸ ਪੂਰੀ ਹੋ ਜਾਵੇਗੀ ਸਾਬਕਾ ਫੌਜੀ ਅਖਵਾਏਗਾ, ਨੌਜਵਾਨ ਜਿਹੜੇ ਸਾਬਕਾ ਫੌਜੀ ਬਣ ਕੇ ਰਹਿ ਜਾਣਗੇ? ਨਹੀਂ ਇਸ ਤਰ੍ਹਾਂ ਦੇਖੋ ਗੱਲ ਇਹ ਹੈ ਕਿ ਇੱਕ ਤਾਂ ਬਹੁਤ ਜਿਹੜੀ ਇੱਕ ਤਾਂ ਇੱਕ ਕਾਨੂੰਨ ਨਹੀਂ ਹੈਗਾ ਜਿਹੜਾ ਆਪਣੇ ਵੀ ਕਾਨੂੰਨ ਬਣ ਗਿਆ। ਵੈਸੇ ਤਾਂ ਜਿਹੜਾ ਸੰਵਿਧਾਨ ਹੈ ਉਹਦੀ ਅਮੈਂਡਮੈਂਟ ਹੋ ਜਾਂਦੀ ਹੈ, ਪਰ ਜਿਹੜਾ ਕਾਨੂੰਨ ਵੀ ਨਹੀਂ ਹੈਗਾ, ਇਹਦਾ ਇੱਕ ਪਾਲਿਸੀ ਹੈ। ਜਿਹੜੀ ਪਾਲਿਸੀ ਦੇ ਵਿੱਚ ਜੇ ਇੰਨੇ ਸੁਧਾਰ ਹੋ ਸਕਦੇ ਆ ਤੇ ਮੌਕੇ ਤੋਂ ਮੌਕੇ ਜੋ ਵੀ ਕੋਈ ਜ਼ਰੂਰਤ ਹੋਏਗੀ ਉਹਦੇ ਮੁਤਾਬਕ ਜਿਹੜਾ ਸੁਧਾਰ ਹੋਏਗਾ। ਹੁਣ ਤੁਸੀਂ ਦੇਖੋ CAPF 10% ਦੀ ਰਿਜ਼ਰਵੇਸ਼ਨ ਦੇ ਵਿੱਚ 10% ਦੀ ਜਿਹੜੀ ਆਰਮੀ ਦੇ ਵਿੱਚ ਹੈਗੀ ਆ ਉਹਦੇ ਵਿੱਚ ਰਿਜ਼ਰਵੇਸ਼ਨ, ਜਾਂ ਫਿਰ ਜਿਹੜੀਆਂ ਪੁਲਿਸ ਹੈਗੀਆਂ ਨੇ ਉਹਨਾਂ ਦੇ ਵਿੱਚ ਹੋ ਰਹੀ ਹੈਗੀ ਹੈ, 16 ਤਰ੍ਹਾਂ ਦੀ PSUs ਹੈਗੀਆਂ ਨੇ ਉਹਨਾਂ ਦੇ ਵਿੱਚ ਹੋ ਗਈ ਹੈ। ਸੋ ਮੈਨੂੰ ਨਹੀਂ ਲੱਗਦਾ ਕਿ ਕੋਈ ਬੱਚਾ ਇਹੋ ਜਿਹਾ ਰਹਿ ਜਾਏਗਾ ਜਿਹਨੂੰ ਸਰਕਾਰੀ ਨੌਕਰੀ ਕਿਸੇ ਤਰ੍ਹਾਂ ਦੀ ਨਹੀਂ ਮਿਲੇਗੀ। ਔਰ ਇਸ ਮੁਲਕ ਦੇ ਵਿੱਚ ਪੁਲਿਸ ਦੀ ਭਰਤੀ ਅਰਸ਼ਪ੍ਰੀਤ ਖੜਿਆਲ ਵੀ ਸਾਡੇ ਨਾਲ ਜੁੜੇ ਹੋਏ ਨੇ। ਖੜਿਆਲ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀ ਇੰਡੀਆ ਨਿਊਜ਼ ਪੰਜਾਬ ਤੇ। ਆਵਾਂਗੇ ਤੁਹਾਡੇ ਕੋਲ ਵੀ, ਪਹਿਲਾਂ ਇੱਕ ਸਵਾਲ SS ਚੰਨੀ ਸਾਹਿਬ ਉਹਨਾਂ ਨੂੰ ਹੋਰ ਕਰ ਲਈ। ਚੰਨੀ ਸਾਹਿਬ ਤੁਸੀਂ ਕਹਿੰਦੇ ਹੋ ਕਿ ਕੋਈ ਵੀ ਨੌਜਵਾਨ ਨੌਕਰੀ ਤੋਂ ਰਹੇਗਾ ਨਹੀਂ, 25-30 ਹਜ਼ਾਰ ਜੇਕਰ ਭਰਤੀਆਂ ਹੋਣਗੀਆਂ ਅਗਨੀਪਥ ਯੋਜਨਾ ਦੇ ਰਾਹੀਂ, ਤਾਂ ਕਿਵੇਂ ਐਡਜਸਟ ਕਰੋਗੇ? 10% ਰਾਖਵਾਂ ਕਰਨ ਤੁਸੀਂ ਕਹਿੰਦੇ ਹੋ ਦਵਾਂਗੇ, ਕਿਵੇਂ ਇੰਨੇ ਨੌਜਵਾਨਾਂ ਨੂੰ ਵੱਖ-ਵੱਖ ਵਿਭਾਗਾਂ ਦੇ ਵਿੱਚ ਨੌਕਰੀਆਂ ਦਿੱਤੀਆਂ ਜਾਣਗੀਆਂ? ਕਿਤੇ ਇਹ ਨਾ ਹੋਵੇ 22 ਸਾਲ ਦੀ ਉਮਰ ਦੇ ਵਿੱਚ ਰਿਟਾਇਰਮੈਂਟ ਹੋ ਕੇ ਘਰੇ ਆ ਕੇ ਉਸ ਤੋਂ ਬਾਅਦ ਕੋਈ ਕੰਮ ਧੰਦਾ ਹੀ ਨਾ ਰਹੇ, ਫਿਰ ਵਿਦੇਸ਼ਾਂ ਦਾ ਰੁਖ ਕਰਨਾ ਪਵੇ, ਜਾਂ ਕੋਈ ਹੋਰ ਦੁਬਾਰਾ ਫਿਰ ਪਲੈਨਿੰਗ ਕਰਨੀ ਪਵੇ, ਜਿਵੇਂ ਕਿ ਹੁਣ ਮੈਂ ਫਿਊਚਰ ਦੇ ਵਿੱਚ ਕਰਨਾ ਕੀ ਹੈ? 4 ਸਾਲ ਦੀ ਸਰਵਿਸ ਕੀ ਕਰੇਗੇ 4 ਸਾਲ ਤੋਂ ਬਾਅਦ? ਇੱਕ ਸਕੀਮ ਦੀ ਸ਼ੁਰੂਆਤ ਹੋਈ ਹੈ, ਉਹ ਸਕੀਮ ਦੇ ਆਪਾਂ ਰਿਜ਼ਲਟ ਬਾਅਦ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਹੋਏਗੀ, ਉਹਦੇ ਕਿਸੇ ਤਰ੍ਹਾਂ ਦੀ ਲੋੜ ਹੋਏਗੀ ਤਾਂ ਉਹ ਕੀਤਾ ਜਾਊਗਾ। ਇਹ ਜਿਹੜੇ ਹੈ ਸਰਕਾਰ ਨੇ ਚਲੇ ਜਾਣਾ। ਔਰ ਦੂਸਰਾ, ਸਾਰੇ ਹਿੰਦੁਸਤਾਨ ਦੇ ਵਿੱਚ ਕਿੰਨੀ ਪੁਲਿਸ ਦੀ ਭਰਤੀ ਹੈ, ਔਰ ਈਵਨ ਸਾਡੀਆਂ ਹੋਰ ਏਜੰਸੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਭਰਤੀ ਹੈਗੀ ਹੈ। ਇਹ ਬੱਚੇ ਸਕਿੱਲ ਲੈ ਕੇ ਨਾਲ ਆਉਣਗੇ। ਉਹ ਜਿਹੜੀ ਸਕਿੱਲ ਹੈਗੀ, ਦੇਖੋ ਆਪਾਂ ਕਹਿੰਦੇ ਘਰੇ ਤੁਸੀਂ ਡਰਾਈਵਰ ਰੱਖਣਾ ਹੈ, ਉਹਦੇ ਵਾਸਤੇ ਬੰਦਾ ਚੰਗਾ ਨਹੀਂ, ਮਤਲਬ ਤੁਹਾਨੂੰ ਫਿੱਟ ਨਹੀਂ ਬਹਿੰਦਾ। ਤੁਸੀਂ ਕੋਈ ਗਾਰਡ ਰੱਖਣਾ, ਸਿਕਿਉਰਿਟੀ ਗਾਰਡ ਆਪਣਾ, ਉਹਦਾ ਤੁਹਾਨੂੰ ਫਿੱਟ ਨਹੀਂ ਰਹਿੰਦਾ। ਉਹ ਮਤਲਬ ਇਹ ਬੱਚਿਆਂ ਨੇ ਤਾਂ ਜਿਹੜਾ ਕੰਪੀਟੀਸ਼ਨ ਹੋਣਾ ਨਾ ਭਰਤੀ ਦਾ, ਜਿਸ ਤਰ੍ਹਾਂ ਜਦੋਂ ਪੁਲਿਸ ਦੀ ਭਰਤੀ ਹੁੰਦੀ ਹੈ, ਉਹ ਸਭ ਤੋਂ ਪਹਿਲਾਂ ਫਿਜ਼ੀਕਲੀ ਦੌੜਾ ਕੇ ਦੇਖਦੇ ਆ ਵੀ ਇਹ ਬੱਚੇ ਜਿਨ੍ਹਾਂ ਦੇ ਵਿੱਚੋਂ ਜਿਹੜੇ ਫਿਜ਼ੀਕਲੀ ਟੈਸਟ ਪਾਸ ਕਰਨਗੇ ਉਹੀ ਸਿਰਫ ਅੱਗੇ ਜਾਣਗੇ। ਇਹ ਬੱਚਾ ਰਹਿ ਨਹੀਂ ਸਕਦਾ ਕਿਸੇ ਵੀ ਤਰੀਕੇ ਦੇ ਨਾਲ, ਜਿੰਨੇ ਡਿਸਪਲਿਨ ਦੇ ਨਾਲ, ਜਿੰਨੀ ਆਪਣੇ ਇੰਟੈਲੈਕਟ ਦੇ ਨਾਲ, ਜਿੰਨੀ ਇਹ ਆਪਣੀ ਹਰ ਤਰ੍ਹਾਂ ਦੀ ਐਬਿਲਿਟੀ ਜਿਹੜੀ ਹੈਗੀ ਹੈ, ਉਹ ਜਿਹੜਾ ਇਹਦੇ ਵਿੱਚ ਜੋਸ਼ ਖਰੋਸ਼ ਹੋਏਗਾ ਉਹਦੇ ਨਾਲ ਇਹ ਰਹਿ ਨਹੀਂ ਸਕਦਾ। ਇਹਦੇ ਭਰਤੀ ਹੋਣਾ ਹੀ ਹੋਣਾ ਹੈ। ਸੋ ਟੇਕ ਮਾਈ ਵਰਡ, ਇਹ ਹੋਏਗਾ। ਠੀਕ ਹੈ
ਤਾਂ ਚੰਨੀ ਜੀ ਜਿਹੜਾ ਕਰੋਨਾ ਦਾ ਦੌਰ ਵੀ ਰਿਹਾ 2 ਸਾਲ, ਉਸ ਸਮੇਂ ਵੀ ਭਰਤੀਆਂ ਹੋਈਆਂ ਨਹੀਂ। ਨੌਜਵਾਨ ਇਹੋ ਜਿਹੇ ਨੇ ਜਿਹੜੇ ਹੁਣ ਪੰਜਾਬ ਦੇ ਵਿੱਚ ਸੜਕਾਂ ਤੇ ਬੈਠੇ ਪ੍ਰਦਰਸ਼ਨ ਕਰਦੇ ਨੇ, ਕਹਿੰਦੇ ਨੇ ਸਾਡੇ ਫਿਜ਼ੀਕਲ ਟੈਸਟ ਕਲੀਅਰ ਨੇ, ਮੈਡੀਕਲ ਟੈਸਟ ਕਲੀਅਰ ਨੇ, ਲਿਖਤੀ ਪੇਪਰ ਹੋਣੇ ਨੇ ਜਿਹੜੇ ਉਸ ਦੀ ਤਰੀਕ ਅੱਗੇ ਅੱਗੇ ਪਈ ਜਾਂਦੀ ਹੈ। ਕਹਿੰਦੇ ਸਾਨੂੰ ਹਜੇ ਭਰਤੀ ਨਹੀਂ ਕੀਤਾ, ਨਵੀਂ ਯੋਜਨਾ ਲਿਆ ਕੇ ਜਿਹੜੇ ਹੋਰ ਵੀ ਜਿਹੜੇ ਨੌਜਵਾਨ ਨੇ ਉਹਨਾਂ ਦੇ ਵੀ ਸੁਪਨੇ ਮਾਰ ਦਿੱਤੇ ਨੇ। ਤਾਂ ਜਿਹੜੇ ਨੌਜਵਾਨ ਹਜੇ ਭਰਤੀਆਂ ਨੂੰ ਲੈ ਕੇ ਅਲਝੇਵੇਂ ਦੇ ਵਿੱਚ ਨੇ, ਉਹਨਾਂ ਬਾਬਤ ਉਹਨਾਂ ਦੀਆਂ ਭਰਤੀਆਂ ਕਦੋਂ ਕਲੀਅਰ ਹੋਣਗੀਆਂ? ਜਿਹੜੇ ਲਿਖਤੀ ਪੇਪਰ ਦੇਈ ਬੈਠੇ ਨੇ, ਮੈਡੀਕਲ ਟੈਸਟ ਜਿਨ੍ਹਾਂ ਦੇ ਹੋ ਚੁੱਕੇ ਨੇ, ਮਾਫ ਕਰਨਾ ਮੈਡੀਕਲ ਟੈਸਟ ਜਿਨ੍ਹਾਂ ਦੇ ਹੋ ਚੁੱਕੇ ਨੇ, ਫਿਜ਼ੀਕਲ ਟੈਸਟ ਦੇਈ ਬੈਠੇ ਨੇ, ਲਿਖਤੀ ਪੇਪਰ ਦੀ ਉਡੀਕ ਕਰਦੇ ਨੇ। ਹਜੇ ਤਾਂ ਉਹ ਕੰਮ ਵੀ ਸਿਰੇ ਨਹੀਂ ਸੀ ਲੱਗਿਆ। ਲੱਗਦਾ ਨਹੀਂ ਕਿ ਸਰਕਾਰ ਨੂੰ ਪਹਿਲਾਂ ਉਸ ਵੱਲ ਧਿਆਨ ਦੇਣਾ ਚਾਹੀਦਾ ਸੀ। ਉਹ ਇੱਕ ਸੈਪਰੇਟ ਪਹਿਲੂ ਹੈਗਾ, ਇਹ ਵੀ ਫੈਸਲਾ ਹੋਏਗਾ। ਔਰ ਇਹ ਇੱਕ ਨਵਾਂ ਪਹਿਲੂ ਹੈਗਾ ਕਿਉਂਕਿ 2 ਸਾਲ ਤੱਕ ਨਹੀਂ ਹੋਈ, ਉਹਦੇ ਕਰਕੇ ਜਿਹੜੀ ਹੈਗੀ ਭਾਰਤ ਤੇ ਤਿਆਰੀ ਉਸ ਟੀਮ ਦਾ ਵੈਲਕਮ ਕਰਨਾ ਚਾਹੀਦਾ। ਦੇਖੋ ਮੈਂ ਫਿਰ ਕਹੂੰਗਾ, ਰਿਪੀਟ ਕਰ, 17.5 ਸਾਲ ਦੇ ਬੱਚੇ 30,000 ਤੋਂ ਲੈ ਕੇ 40,000 ਦੀ ਨੌਕਰੀ ਔਰ ਸਰਟੀਫਿਕੇਸ਼ਨ ਔਰ ਇੱਕ ਸਹੀ ਹੈ ਇਹ ਚੰਨੀ ਸਾਹਿਬ ਠੀਕ ਹੈ, ਕੋਈ ਅੜਚਣ ਬਣਦੀ ਹੈ? ਤੁਹਾਡੀ ਆਵਾਜ਼ ਐਕਚੁਅਲੀ ਥੋੜੀ ਰੁਕ ਰਹੀ ਹੈ, ਹੋ ਸਕਦਾ ਨੈਟਵਰਕ ਪ੍ਰੋਬਲਮ ਹੋਵੇ। ਖੜਿਆਲ ਸਾਹਿਬ, ਤੁਹਾਨੂੰ ਕੀ ਲੱਗਦਾ ਹੈ, ਕੀ ਮੰਨਦੇ ਹੋ ਜਿਹੜੇ ਅਗਨੀਪਥ ਯੋਜਨਾ ਹੁਣ ਆਪਾਂ ਦੇਖਿਆ ਪ੍ਰਦਰਸ਼ਨ ਥਾਂ ਥਾਂ ਤੇ ਹੋ ਰਹੇ ਨੇ? ਬਿਹਾਰ ਦੇ ਵਿੱਚ ਤਾਂ ਸਥਿਤੀ ਬਹੁਤ ਹੀ ਜ਼ਿਆਦਾ ਤਣਾਅਪੂਰਨ ਹੈ, ਹਾਲਾਤ ਬਹੁਤ ਜ਼ਿਆਦਾ ਵਿਗੜ ਚੁੱਕੇ ਨੇ, ਪਰ ਕੀ ਮੰਨਦੇ ਹੋ, ਕੀ ਲੱਗਦਾ ਤੁਹਾਨੂੰ ਕਿਤੇ ਫੌਜੀਆਂ ਦਾ ਰੁਤਬਾ ਤਾਂ ਨਹੀਂ ਖਤਮ ਕੀਤਾ ਜਾਂਦਾ? ਕਿਉਂਕਿ ਸੈਨਿਕਾਂ ਦਾ ਇੱਕ ਰੁਤਬਾ ਹੁੰਦਾ, ਸਟੇਟਸ ਹੁੰਦਾ। ਆਪਾਂ ਜੇਕਰ ਆਪਾਂ ਪਿੰਡਾਂ ਦੇ ਵਿੱਚ ਹੀ ਦੇਖਦੇ ਹਾਂ, ਫੌਜੀ ਸਾਹਿਬ ਕਹਿ ਕੇ ਬੁਲਾਉਂਦੇ ਨੇ, ਤਾਂ ਕੀ ਲੱਗਦਾ ਇਸ ਤਰੀਕੇ ਦੀਆਂ ਯੋਜਨਾਵਾਂ ਦੇ ਨਾਲ ਕਿਤੇ ਰੁਤਬਾ ਤਾਂ ਨਹੀਂ ਖਤਮ ਕੀਤਾ ਜਾਂਦਾ ਫੌਜੀਆਂ ਦਾ? ਦੇਖੋ, ਰੁਤਬਾ ਤਾਂ ਡੈਫੀਨੇਟਲੀ ਅਫੈਕਟ ਹੋਊਗਾ ਹੀ ਹੋਊਗਾ, ਉਹਨਾਂ ਦਾ ਜਜ਼ਬਾ ਵੀ ਅਫੈਕਟ ਹੋਊ, ਉਹਨਾਂ ਦਾ ਸਪਿਰਿਟ ਅਫੈਕਟ ਹੋਊ, ਉਹਨਾਂ ਦਾ ਪੈਸ਼ਨ ਅਫੈਕਟ ਹੋਊ। ਹੁਣ ਚੰਨੀ ਸਾਹਿਬ ਨੇ ਕੁਝ ਫਾਇਦੇ ਦੱਸੇ ਹੈ, ਮੈਂ ਤੁਹਾਨੂੰ ਨੁਕਸਾਨ ਦੱਸਦਾ ਹਾਂ ਤੇ ਉਮੀਦ ਕਰਦਾ ਚੰਨੀ ਸਾਹਿਬ ਹਰੇਕ ਸਵਾਲ ਦਾ ਜਵਾਬ ਦੇਣਗੇ, ਲਿਖ ਲੈਣ। ਪਹਿਲੀ ਗੱਲ ਤਾਂ ਜਦੋਂ ਸਰਕਾਰ ਨੇ ਇੱਕ ਚੀਜ਼ ਨੂੰ ਰੀਕਨਸੀਡਰ ਕਰਕੇ 23 ਸਾਲ ਤੱਕ ਉਮਰ ਵਧਾਤੀ, ਤੁਸੀਂ ਬਾਕੀ ਖੱਡਿਆਂ ਨੂੰ ਵੀ ਭਰ ਦਿਓ ਜਦੋਂ ਇੱਕ ਖੱਡੇ ਨੂੰ ਭਰ ਰਹੇ ਹੋ। ਲੇਕਿਨ ਪ੍ਰੋਬਲਮ ਇਹ ਹੈ ਕਿ ਇਹਨਾਂ ਨੇ ਡਿਬੇਟ ਨਹੀਂ ਕੀਤੀ, ਕੋਈ ਡਿਸਕਸ਼ਨ ਨਹੀਂ ਕੀਤੀ, ਕੋਈ ਸਟੇਕ ਹੋਲਡਰਸ ਨਾਲ ਕੰਸਲਟੇਸ਼ਨ ਨਹੀਂ ਕੀਤੀ। ਜਿਨ੍ਹਾਂ ਤੇ ਸਕੀਮ ਦਾ ਅਸਰ ਹੋਣਾ ਹੈ, ਪਾਲਿਸੀ ਦਾ ਅਸਰ ਹੋਣਾ ਹੈ, ਤੁਸੀਂ ਐਟਲੀਸਟ ਉਹਨਾਂ ਨੂੰ ਤਾਂ ਕੰਸਲਟ ਕਰੋ, ਉਹਨਾਂ ਨੂੰ ਪੁੱਛੋ ਤੁਹਾਡੀ ਕੀ ਰਿਕੁਆਇਰਮੈਂਟ ਹੈ, ਕੀ ਦਿੱਕਤ ਹੈ, ਕੀ ਪ੍ਰੋਬਲਮਸ ਹੈ, ਕੀ ਐਸਪੀਰੇਸ਼ਨਸ ਹੈ, ਉਹਦੇ ਹਿਸਾਬ ਨਾਲ ਪਾਲਿਸੀ ਬਣਾਓ। ਪਹਿਲਾ ਕ੍ਰਿਸ਼ੀ ਕਾਨੂੰਨ ਇਹਨਾਂ ਨੇ ਬਣਾਏ ਜਿਹਦੇ ਕਰਕੇ ਪ੍ਰੋਟੈਸਟ ਹੋਏ ਤੇ ਇਹਨਾਂ ਨੂੰ ਵਾਪਸ ਲੈਣੇ ਪਏ, ਐਤਕੀ ਇਹਨਾਂ ਨੇ ਆਹ ਪਾਲਿਸੀ ਬਣਾਤੀ। ਦੂਜੀ ਗੱਲ, ਜਿਹੜੀ ਟ੍ਰੇਨਿੰਗ ਹੈ ਇਹ ਸਕੀਮ ਦੇ ਤਹਿਤ ਅਗਨੀਪਥ ਦੇ ਤਹਿਤ 6 ਮਹੀਨਿਆਂ ਦੀ ਹੋਊਗੀ, ਅਦਰਵਾਈਜ਼ 11 ਮਹੀਨੇ ਦੀ ਹੁੰਦੀ ਸੀਗੀ। ਜਿਹੜੇ ਰਿਮੇਨਿੰਗ ਟਾਈਮ ਹੈ 5 ਮਹੀਨਿਆਂ ਦਾ, ਉਹ ਟਾਈਮ ਤੁਸੀਂ ਕਿਵੇਂ ਪੂਰਾ ਕਰੋਗੇ? ਜਿਹੜੇ ਪ੍ਰਿੰਸੀਪਲਸ, ਜਿਹੜੀਆਂ ਚੀਜ਼ਾਂ ਉਹਨਾਂ ਦੇ ਵਿੱਚ ਇਨਕਲਕੇਟ ਹੋਣੀਆਂ ਸੀਗੀਆਂ, ਸਕਿੱਲਸ ਇਨਕਲਕੇਟ ਹੋਣੇ ਸੀਗੇ ਦੇਸ਼ ਦੀ ਸੇਵਾ ਕਰਨ ਲਈ, ਉਹ ਤੁਸੀਂ ਅੱਧੇ ਟਾਈਮ ਦੇ ਵਿੱਚ ਨਹੀਂ ਪੂਰਾ ਕਰ ਸਕਦੇ। ਇੱਕ ਪ੍ਰੋਸੀਜਰ ਹੈ, ਤੁਸੀਂ ਉਹਨੂੰ ਬਾਈਪਾਸ ਨਹੀਂ ਕਰ ਸਕਦੇ ਜਸਟ ਬਿਕੋਜ਼ ਹੜਬੜੀ ਦੇ ਵਿੱਚ ਤੁਸੀਂ ਕਿਸੇ ਸਕੀਮ ਨੂੰ ਇੰਪਲੀਮੈਂਟ ਕਰਨਾ ਚਾਹੁੰਦੇ ਹੋ ਤਾਂ ਕਿ ਬੀਜੇਪੀ ਆਪਦਾ ਫੇਸ ਸੇਵ ਕਰ ਸਕੇ। 2024 ਦੇ ਇਲੈਕਸ਼ਨਸ ਆ ਰਹੇ ਆ, ਬੀਜੇਪੀ ਨੂੰ ਪਤਾ ਹੈ 2014 ਜਿਹੜਾ ਵਾਅਦਾ ਕੀਤਾ ਸੀਗਾ 2 ਕਰੋੜ ਜੌਬਸ ਇੱਕ ਸਾਲ 'ਚ ਦੇਣ ਦਾ, ਉਹ ਤਾਂ ਪੂਰਾ ਹੋਇਆ ਨਹੀਂ। 8 ਸਾਲਾਂ 'ਚ 2 ਕਰੋੜ ਜੌਬਸ ਨੇ ਇਹਨਾਂ ਤੋਂ ਦਿੱਤੀਆਂ ਗਈਆਂ। ਸਮਾਂ ਦੀ ਜਿਹੜੀਆਂ ਜੌਬਸ ਸੀਗੀਆਂ 10-10 ਲੱਖ ਜੌਬਸ ਇੱਕ ਮਹੀਨੇ ਦੇ ਵਿੱਚ ਬੀਜੇਪੀ ਨੇ ਖੋਈਆਂ ਤੇ ਨਾਲੇ ਜਸਟ ਆਪਣਾ ਪੋਲਿਟਿਸਾਈਜੇਸ਼ਨ ਕੀਤੀ ਗਈ ਹੈ ਇਸ ਮੁੱਦੇ ਦੀ, ਹੋਰ ਕੁਝ ਵੀ ਨਹੀਂ ਹੈ। ਆਪਦਾ ਫੇਸ ਬਚਾਉਣ ਲਈ 2024 ਦੇ ਇਲੈਕਸ਼ਨਾਂ 'ਚ ਕੁਝ ਦਿਖਾਉਣ ਲਈ ਬੀਜੇਪੀ ਇਹ ਕਰ ਰਹੀ ਹੈ। ਚੌਥਾ ਇਹ ਹੈ ਪ੍ਰੋਫੈਸ਼ਨਲਿਜ਼ਮ, ethos ਮਿਲਟਰੀ ਦਾ, ਆਰਮੀ ਦਾ, ਇਹ ਡਾਇਲੂਟ ਹੋਊਗਾ, ਅਫੈਕਟ ਹੋਊਗਾ। ਅਸੀਂ ਨਹੀਂ ਕਹਿੰਦੇ, ਸੀਨੀਅਰ ਆਫੀਸਰਸ ਰਿਟਾਇਰਡ ਆਰਮੀ ਦੇ ਕਹਿ ਰਹੇ ਆ, ਲਾਈਕ ਵਿਨੋਦ ਭਾਟੀਆ ਸਾਹਿਬ, ਮੇਜਰ ਜਨਰਲ ਯਸ਼ਮੂਰ ਸਾਹਿਬ, ਇਹਨਾਂ ਨੇ ਇਹ ਗੱਲ ਦੱਸੀ, ਕਹਿੰਦੇ ਮਿਲਟਰਾਈਜੇਸ਼ਨ ਆਫ ਸੋਸਾਇਟੀ ਹੋਊਗੀ। ਮਿਲਟਰਾਈਜੇਸ਼ਨ ਆਫ ਸੋਸਾਇਟੀ ਕਿਵੇਂ ਹੋਊਗੀ? ਜਦੋਂ ਇਹ 4 ਸਾਲ ਨੌਕਰੀ ਕਰਨਗੇ, ਉਸ ਤੋਂ ਬਾਅਦ ਵਾਪਸ ਆਉਣਗੇ, ਇਹ ਅਨਐਮਪਲੋਇਡ ਹੋਣਗੇ, ਇਹ ਫਰਸਟ੍ਰੇਟਡ ਹੋਣਗੇ, ਟ੍ਰੇਨ ਟੂ ਕਿਲ ਹੋਣਗੇ, ਕੰਬੈਟ ਟ੍ਰੇਨਡ ਹੋਣਗੇ। ਉਹ ਤੋਂ ਬਾਅਦ ਸੋਸਾਇਟੀ ਦਾ ਕੀ ਹੋਊਗਾ, ਸਮਾਜ ਦਾ ਕੀ ਹੋਊਗਾ? ਅੱਛਾ, ਉਹ ਫਿਰ ਜਿਹੜੇ 8-8 ਸਾਲ ਤੋਂ ਟ੍ਰੇਨਿੰਗ ਕਰ ਰਹੇ ਨਾ ਸਾਹਿਬ, ਉਹ ਕਹਿੰਦੇ ਅਸੀਂ 4 ਸਾਲ ਦੀ ਨੌਕਰੀ ਕਰਕੇ ਕੀ ਲੈਣਾ ਹੈ, ਅਸੀਂ ਤਾਂ 8 ਸਾਲ ਤੋਂ ਟ੍ਰੇਨਿੰਗ ਕਰ ਰਹੇ ਹਾਂ ਤੇ ਜਦੋਂ ਅਸੀਂ 4 ਸਾਲਾਂ ਬਾਅਦ ਵਾਪਸ ਆਵਾਂਗੇ ਅਸੀਂ ਘਰਦਿਆਂ ਨੂੰ ਕੀ ਮੂੰਹ ਦਿਖਾਵਾਂਗੇ? ਸਾਡੇ ਨਾਲ ਵਿਆਹ ਕੌਣ ਕਰੂਗਾ? ਸਾਨੂੰ ਕੌਣ ਪੁੱਛੂਗਾ? ਅੱਛਾ, ਬੀਜੇਪੀ ਕਹਿ ਰਹੀ ਹੈ ਤੁਹਾਨੂੰ ਆਸ਼ਵਾਸਨ ਦਿੰਦੇ ਆ, ਕਮਿਟਮੈਂਟ ਕਰਦੇ ਆ, ਤੁਹਾਨੂੰ ਅਕਮੋਡੇਟ ਕੀਤਾ ਜਾਊ, ਤੁਹਾਨੂੰ ਜੌਬ ਮਿਲੂ। ਚੰਨੀ ਸਾਹਿਬ ਮੈਨੂੰ ਇਹ ਗੱਲ ਦੱਸਣ, ਕਮਿਟਮੈਂਟ ਤਾਂ 15 ਲੱਖ ਰੁਪਏ ਦੀ ਵੀ ਕੀਤੀ ਸੀਗੀ, 15 ਰੁਪਏ ਤਾਂ ਬੀਜੇਪੀ ਨੇ ਦਿੱਤੇ ਨਹੀਂ, ਲੇਕਿਨ ਬੈਂਕਾਂ ਚੋਂ ਡੀਮੋਨੇਟਾਈਜੇਸ਼ਨ ਦੇ ਥਰੂ ਕਢਾ ਜ਼ਰੂਰ ਲਏ। ਸੋ ਕਿਵੇਂ ਲੋਕ ਤੁਹਾਡੀ ਗੱਲ ਦਾ ਵਿਸ਼ਵਾਸ ਕਰਨ? ਕੋਈ ਐਕਸ਼ਨ ਕਰਕੇ ਦਿਖਾਓ, ਵਰਡਸ ਨਾਲ ਨਹੀਂ ਗੱਲ ਬਣਦੀ। ਜੋ ਆਪਣਾ ਇਹ ਗੱਲਾਂ ਕਰਦੇ ਆ ਬੀਜੇਪੀ, ਹੁਣ ਭਰੋਸਾ ਰਿਹਾ ਨਹੀਂ ਲੋਕਾਂ ਨੂੰ। ਚੌਥਾ ਇਹ ਹੈ ਕਿ ਦੇਖੋ 8 ਸਾਲਾਂ ਦੇ ਵਿੱਚ ਇੱਕ ਜਵਾਨ, ਇੱਕ ਸੋਲਜਰ,
ਪੂਰਾ ਕੰਬੈਟ ਟ੍ਰੇਨਡ ਬੰਦਾ ਹੈ, ਯਾਨੀ ਕਿ ਟ੍ਰੇਨ ਟੂ ਕਿਲ ਉਹਨੂੰ ਆਪਣਾ ਟ੍ਰੇਨਿੰਗ ਮਿਲਦੀ ਹੈ 8 ਸਾਲਾਂ ਦੇ ਵਿੱਚ। ਸਾਡਾ ਕਹਿਣਾ ਨਹੀਂ, ਸੀਨੀਅਰ ਆਫੀਸਰਸ ਦਾ ਕਹਿਣਾ ਹੈ। ਹੁਣ ਜਦੋਂ ਬੀਜੇਪੀ ਇਹ ਕਹਿ ਰਹੀ ਹੈ ਵੀ 4 ਸਾਲਾਂ ਦੇ ਵਿੱਚ ਇਹਨਾਂ ਦੀ ਆਪਣਾ ਸਰਵਿਸ ਵੀ ਖਤਮ ਹੋ ਜਾਊਗੀ, ਤੇ ਤੁਸੀਂ ਪੂਰਾ ਆਪਣਾ ਨਾ ਤਾਂ ਕੰਮ ਕਰ ਰਹੇ ਹੋ, ਉਹਨਾਂ ਨੂੰ ਕੰਬੈਟ ਟ੍ਰੇਨ ਕਰ ਰਹੇ ਹੋ, ਤੇ ਕਿਵੇਂ ਉਹਨਾਂ ਦੀ ਸਰਵਿਸਿਜ਼ ਲਵਾਂਗੇ? ਜਾਂ ਤਾਂ ਬੀਜੇਪੀ ਜਿਹੜੇ ਇਹਨਾਂ ਦੇ ਲੀਡਰਸ ਕਹਿ ਰਹੇ, ਕੋਈ ਜਨਰਲ ਸੈਕਟਰੀ ਕਹਿ ਰਹੇ ਹੈ ਵੀ ਸਿਕਿਉਰਿਟੀ ਦੀ ਜੌਬ ਦੇ ਦਾਂਗੇ, ਬੀਜੇਪੀ ਦੇ ਆਫਿਸ ਦੇ ਬਾਹਰ ਖੜ ਜਾਊਗਾ ਇੱਕ ਜਵਾਨ ਜਿਹੜਾ ਦੇਸ਼ ਦੀ ਸੇਵਾ ਕਰਕੇ ਆਇਆ, ਜਾਂ ਤਾਂ ਬੀਜੇਪੀ ਦੇ ਹਿਸਾਬ ਨਾਲ ਚੱਲ ਲੈਂਦੇ ਆ ਫਿਰ। ਅੱਛਾ, ਦੂਜਾ ਇਹ ਹੈ ਕਿ ਕੋਈ ਪੈਨਸ਼ਨ ਹੀ ਨਹੀਂ ਹੈ, ਕੋਈ ਗ੍ਰੈਚੁਇਟੀ ਨਹੀਂ ਹੈ, ਕੋਈ ਬੈਨੀਫਿਟ ਨਹੀਂ ਹੈ। ਜਿਹੜੇ ਪੋਲੀਟੀਸ਼ੀਅਨਸ ਹੈ 95 ਸਾਲ ਤੱਕ 100 ਸਾਲ ਤੱਕ ਇਹਨਾਂ ਕੋਲੇ ਪੈਨਸ਼ਨ ਵੀ ਆਉਂਦੀ ਹੈ, ਬੈਨੀਫਿਟਸ ਵੀ ਆਉਂਦੇ ਹੈ, ਪ੍ਰਿਵਿਲੇजेस ਵੀ ਆਉਂਦੀਆਂ, ਤੇ ਮਿਨਿਸਟਰ ਵੀ ਬਣੇ ਰਹਿੰਦੇ ਆ, ਸੀਐਮ ਵੀ ਬਣੇ ਰਹਿੰਦੇ ਆ, ਲੇਕਿਨ ਉਹ ਜਵਾਨਾਂ ਨੂੰ ਜਿਹੜੇ ਦੇਸ਼ ਦੀ ਸੇਵਾ ਕਰਦੇ ਆ ਉਹਨਾਂ ਨੂੰ ਪੈਨਸ਼ਨ ਹੀ ਨਹੀਂ ਦੇਣਾ ਚਾਹੁੰਦੇ। ਕਿੱਥੇ ਲੈ ਕੇ ਜਾਣਾ ਸਾਰਾ ਪੈਸਾ ਬੀਜੇਪੀ ਨੇ? ਤੇ ਨਾਲੇ ਇਹ ਦੇ ਸ਼ੁੱਡ ਲੀਡ ਬਾਈ ਐਗਜ਼ਾਮਪਲ। ਬੀਜੇਪੀ ਦੇ ਮਿਨਿਸਟਰਸ ਲੀਡਰਸ ਆਪਦੇ ਬੱਚਿਆਂ ਨੂੰ ਭੇਜਣਗੇ ਅਗਨੀਪਥ ਸਕੀਮ ਦੇ ਤਹਿਤ। ਅੱਛਾ ਖੜਿਆਲ ਸਾਹਿਬ, ਇੱਕ ਗੱਲ ਹੋਰ ਵੀ ਜਾਣਨਾ ਚਾਹਾਂਗੇ, ਦੇਸ਼ ਦੀ ਜਿਹੜੀ ਸੁਰੱਖਿਆ ਉਸ ਦੀ ਜ਼ਿੰਮੇਵਾਰੀ ਵੀ ਆਰਮੀ ਤੇ ਹੁੰਦੀ ਹੈ। ਸਰਹੱਦ ਨੇ ਜਿਹੜੇ ਬਾਰਡਰ ਨੇ, ਚਾਹੇ ਚਾਈਨਾ ਦੇ ਨਾਲ ਬਾਰਡਰ ਲੱਗਦਾ, ਚਾਹੇ ਪਾਕਿਸਤਾਨ ਦੇ ਨਾਲ ਲੱਗਦਾ, ਉੱਥੇ ਵੀ ਆਪਣੇ ਜਵਾਨ ਤੈਨਾਤ ਨੇ। ਤਾਂ ਜੇਕਰ ਹੁਣ ਨੌਜਵਾਨਾਂ ਦੀ ਭਰਤੀ ਹੋਵੇਗੀ, 4 ਸਾਲ ਬਾਅਦ ਰਿਟਾਇਰਮੈਂਟ ਉਹਨਾਂ ਦੀ ਹੋ ਜਾਵੇਗੀ, ਉਹਨਾਂ ਦੀ ਤਾਂ ਹਜੇ ਚੰਗੀ ਤਰੀਕੇ ਦਾੜੀਆਂ ਵੀ ਨਹੀਂ ਆਈਆਂ ਹੋਣਗੀਆਂ, ਤਾਂ ਕੀ ਲੱਗਦਾ ਹੈ ਉਹ ਉਸ ਬਾਰਡਰਾਂ ਤੇ ਤੈਨਾਤ ਕਰਨ ਦੇ ਲਈ ਸੂਟੇਬਲ ਹੋਣਗੇ, ਜਿਹੜੇ ਕਰ ਸਕਣਗੇ ਸੁਰੱਖਿਆ? ਉਸ ਦੇ ਵਿੱਚ ਕੋਈ ਚੂਕ ਤਾਂ ਨਹੀਂ ਹੋਵੇਗੀ ਕਿਤੇ ਗਵਾਂਢੀ ਮੁਲਕ ਲਾਹਾ ਲੈ ਜਾਣ, ਕਿਉਂਕਿ ਉਹਨਾਂ ਦੇ ਕੋਲ ਤਜਰਬੇਕਾਰ ਸੈਨਿਕ ਹੋਣਗੇ, ਮੋਤਬਰ ਸੈਨਿਕ ਹੋਣਗੇ, ਤਾਂ ਕਿਤੇ ਆਪਣੇ ਨੌਜਵਾਨ ਸੈਨਿਕ ਖਤਾ ਖਾ ਜਾਣ। ਇਸ ਐਂਗਲ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ ਹੈ ਇਸ ਸਾਰੇ ਘਟਨਾਕ੍ਰਮ ਨੂੰ। ਬਿਲਕੁਲ 100% ਤੁਸੀਂ ਸਵਾਲ ਬੜਾ ਰੈਲੇਵੈਂਟ ਕੀਤਾ। ਮੈਂ ਇਹੀ ਗੱਲ ਕਹੀ ਸੀ, ਇਹਨਾਂ ਦੇ ਸੀਨੀਅਰ ਆਫੀਸਰਸ ਨੇ ਦੱਸਿਆ 8 ਸਾਲਾਂ ਦੇ ਵਿੱਚ ਇੱਕ ਫੌਜੀ ਸਭ ਕੁਝ ਆਪਦੀ ਟ੍ਰੇਨਿੰਗ ਮੁਕੰਮਲ ਕਰਦਾ ਹੈ, ਲੜਨਾ ਸਿੱਖਦਾ ਹੈ, ਮਾਰਨਾ ਸਿੱਖਦਾ ਹੈ। ਤੇ ਜੇ 8 ਸਾਲਾਂ ਦੀ ਉਹਦੇ ਕੋਲ ਟ੍ਰੇਨਿੰਗ ਨਹੀਂ ਹੋਊਗੀ, 4 ਸਾਲਾਂ ਤੋਂ, ਇਹਦਾ ਪਹਿਲੇ ਸਾਲ ਤੋਂ ਬਾਅਦ ਹੀ ਉਤਾਰ ਦੇਣਗੇ, ਮੈਦਾਨ ਦੇ ਵਿੱਚ ਦੂਜੇ ਸਾਲ ਤੋਂ ਬਾਅਦ ਉਤਾਰ ਦੇਣਗੇ, ਤੇ ਤੁਸੀਂ ਉਹਨਾਂ ਦੀ ਜਾਨ ਨੂੰ ਵੀ ਖਤਰੇ 'ਚ ਪਾਓਗੇ ਤੇ ਦੇਸ਼ ਦੀ ਜਾਨ ਨੂੰ ਵੀ ਖਤਰੇ 'ਚ ਪਾਓਗੇ। ਇਹ ਸਿਰਫ ਔਰ ਸਿਰਫ ਬੀਜੇਪੀ ਦਾ ਪਲੋਏ ਹੈ ਤਾਂ ਕਿ ਇਲੈਕਸ਼ਨਸ ਦੇ ਵਿੱਚ ਇਹਨਾਂ ਕੋਲ ਕੁਝ ਦਿਖਾਉਣ ਨੂੰ ਹੋਵੇ, ਤੇ ਇਹਦੇ ਕਰਕੇ ਦੇਸ਼ ਵੀ ਖਤਰੇ 'ਚ ਪੈ ਰਿਹਾ, ਜਵਾਨ ਵੀ ਖਤਰੇ 'ਚ ਪੈ ਰਹੇ। ਤੇ ਅੱਛਾ, ਇੱਕ ਜ਼ਰੂਰੀ ਗੱਲ ਜਿਹੜੀ ਚੰਨੀ ਸਾਹਿਬ ਮੈਨੂੰ ਇਹਦਾ ਜਵਾਬ ਜ਼ਰੂਰ ਦੇਣ, ਜਿਹੜੇ ਬੱਚੇ ਜਾਣਗੇ ਅਗਨੀਪਥ ਸਕੀਮ ਦੇ ਤਹਿਤ, ਇਹਨਾਂ ਦੀ ਗ੍ਰੈਜੂਏਸ਼ਨ ਮਿਸ ਹੋਊਗੀ ਚੰਨੀ ਸਾਹਿਬ, ਤੇ ਗ੍ਰੈਜੂਏਸ਼ਨ ਮਿਸ ਕਰਕੇ ਇਹਨਾਂ ਕੋਲ ਜਦੋਂ ਕੋਈ ਡਿਗਰੀ ਨਹੀਂ ਹੋਊਗੀ, ਕਿੱਡੀ ਵੱਡੀ ਜੌਬ ਇਹ ਲੈ ਸਕਣਗੇ, ਕਿੱਥੇ ਇੱਕ ਲੈਂਡ ਕਰ ਸਕਣਗੇ ਇਹ? ਤੇ ਇਹੀ ਜੇ ਆਪਣੇ ਆਪਦੇ ਬੱਚਿਆਂ ਨਾਲ ਹੋਵੇ, ਆਪਣੇ ਪਰਿਵਾਰ ਦੇ ਮੈਂਬਰ ਨਾਲ ਹੋਵੇ, ਤੁਸੀਂ ਕਦੇ ਨਹੀਂ ਇਹ ਚੀਜ਼ ਰეკਮੈਂਡ ਕਰੋਗੇ ਵੀ ਤੁਸੀਂ ਆਪਣੀ ਗ੍ਰੈਜੂਏਸ਼ਨ ਛੱਡ ਕੇ 4 ਸਾਲ ਦੀ ਜੌਬ ਕਰੋ, ਉਸ ਤੋਂ ਬਾਅਦ ਘਰੇ ਆ ਕੇ ਵਾਪਸ ਬਹਿ ਜਾਓ। ਆਸ਼ਵਾਸਨ ਤੁਹਾਡੀ ਗੱਲ ਦਾ ਅਸੀਂ ਜਿਹੜੀ ਆ ਕਮਿਟਮੈਂਟ ਹੈ ਉਹਨੂੰ ਅਸੀਂ ਮੰਨ ਨਹੀਂ ਸਕਦੇ, ਬਿਕੋਜ਼ ਉਹ ਸਿਰਫ ਔਰ ਹਵਾਈ ਗੱਲ ਹੈ। ਕੋਈ ਆਪਣਾ ਚਾਹਤਾ ਹੋਵੇ ਵੀ ਤੁਸੀਂ ਪਾਲਿਸੀ ਇਹ ਵੀ ਬਣਾਈ ਹੋਵੇ, ਕੋਈ ਐਗਜ਼ੀਕਿਊਸ਼ਨ ਕੀਤੀ ਹੋਵੇ, ਵੀ ਕਮਿਟਮੈਂਟ ਨਹੀਂ, ਕੋਈ ਐਕਸ਼ਨ ਹੋਵੇ ਕਿ ਉਹ ਅਕਮੋਡੇਟ ਹੋਣਗੇ, ਲੇਕਿਨ ਐਕਸ਼ਨ ਕੋਈ ਨਹੀਂ। ਸਟੇਟ ਗਵਰਨਮੈਂਟ ਕਹਿੰਦੇ ਅਕਮੋਡੇਟ ਕਰੂਗੀ, ਸਟੇਟ ਗਵਰਨਮੈਂਟ ਨਾਲ ਬੀਜੇਪੀ ਨੇ ਗੱਲ ਨਹੀਂ ਕੀਤੀ ਇਸ ਮੁੱਦੇ ਬਾਰੇ ਨਾ। ਇੱਥੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ, ਇਹਨਾਂ ਤੋਂ ਪੁੱਛ ਲਓ ਜੀਦਾ ਸਾਹਿਬ। ਅੱਛਾ ਜੀਦਾ ਸਾਹਿਬ ਦੱਸਦੇ ਬਿਲਕੁਲ। ਤਾਂ ਖੜਿਆਲ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਨੇ ਮਤਾ ਪੇਸ਼ ਕਰਨਾ ਵਿਧਾਨ ਸਭਾ ਦੇ ਵਿੱਚ। ਹਰਸ਼ਪ੍ਰੀਤ ਜੀ, ਮਤਾ ਪੇਸ਼ ਕਰਨ ਦੀ ਗੱਲ ਕਰਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਾਡੀ ਨਵਦੀਪ ਜੀ ਉਹਨਾਂ ਨਾਲ ਵੀ ਇਹੀ ਗੱਲ ਹੋ ਰਹੀ ਸੀ। ਉਹ ਕਹਿੰਦੇ ਨੇ ਕਿ ਮਤੇ ਤਾਂ ਆਮ ਆਦਮੀ ਪਾਰਟੀ ਪੇਸ਼ ਕਰੇਗੀ, ਜਿਹੜੀ ਸਾਡੀ ਜ਼ਰੂਰਤ ਹੋਵੇਗੀ ਅਸੀਂ ਪਿੱਛੇ ਨਹੀਂ ਹਟਾਂਗੇ। ਕੀ ਲੱਗਦਾ ਮਤਾ ਕਾਫੀ ਹੋਵੇਗਾ? ਮਤਾ ਪੇਸ਼ ਕਰਨ ਦੇ ਨਾਲ ਮਸਲੇ ਦਾ ਹੱਲ ਹੋ ਜਾਵੇਗਾ? ਬਦਲੇਗੀ ਫੌਜ, ਪ੍ਰਭਾਵ ਪਵੇਗਾ? ਦੇਖੋ ਭਗਵੰਤ ਮਾਨ ਸਾਹਿਬ ਨੂੰ ਨਾ ਜਦੋਂ ਰੋਡ ਸ਼ੋਅ ਕਰ ਰਹੇ ਸੀਗੇ, ਇਲੈਕਸ਼ਨ 'ਚ ਬਿਜ਼ੀ ਸੀਗੇ, ਅਗਨੀਪਥ ਸਕੀਮ ਵੱਲ ਧਿਆਨ ਨਹੀਂ ਸੀਗਾ, ਇੱਕ ਯੂਥ ਨੇ ਮੁੰਡੇ ਨੇ ਆਵਾਜ਼ ਮਾਰੀ ਗੱਡੀ ਰੋਕੋ। ਉਦੋਂ ਬਾਅਦ ਭਗਵੰਤ ਮਾਨ ਸਾਹਿਬ ਨੂੰ ਕਹਿੰਦੇ ਬੜੀ ਸਾਨੂੰ ਚੋਟ ਲੱਗੀ, ਇੱਥੇ ਅਸੀਂ ਮਰਨ ਵਾਲੇ ਹੋਏ ਪਏ ਐ, ਅਗਨੀਪਥ ਸਕੀਮ ਦੇ ਖਿਲਾਫ ਤੁਸੀਂ ਬੋਲਦੇ ਕੁਝ ਨਹੀਂ, ਟਵੀਟ ਕੋਈ ਨਹੀਂ ਕੀਤਾ। ਉਹ ਤੋਂ ਬਾਅਦ ਐਲੀਜਿਡਲੀ ਇਹਨਾਂ ਨੇ ਟਵੀਟ ਕੀਤਾ ਵੀ ਅਗਨੀਪਥ ਸਕੀਮ ਦੇ ਨੁਕਸਾਨ ਕੀ ਹੈ। ਸੋ ਆਮ ਆਦਮੀ ਪਾਰਟੀ ਬੀਇੰਗ ਦ ਗਵਰਨਮੈਂਟ ਆਫ ਪੰਜਾਬ ਆਪਣੀ ਜ਼ਿੰਮੇਵਾਰੀ ਚੁੱਕ ਕਰ ਰਹੀ ਹੈ। ਤੇ ਭਗਵੰਤ ਮਾਨ ਸਾਹਿਬ ਦਾ ਜਿਹੜਾ ਬਿਆਨ ਹੈ ਕਿ ਕਿਰਾਏ ਦੀ ਫੌਜ ਸਾਨੂੰ ਨਹੀਂ ਚਾਹੀਦੀ, ਮੈਨੂੰ ਲੱਗਦਾ ਦੇਖੋ ਪਾਲਿਸੀ ਨੂੰ, ਸਕੀਮ ਨੂੰ ਕ੍ਰਿਟਿਸਾਈਜ਼ ਕਰਨਾ ਤਾਂ ਬਣਦਾ ਹੈ, ਵਿਰੋਧ ਕਰਨਾ ਬਣਦਾ ਹੈ, ਜੇ ਤੁਹਾਨੂੰ ਨਹੀਂ ਠੀਕ ਲੱਗਦੀ ਤੁਹਾਡਾ ਹੱਕ ਹੈ, ਲੇਕਿਨ ਫੌਜ ਤੇ ਸਵਾਲ ਖੜਾ ਕਰਨਾ ਨਹੀਂ ਸੀਐਮ ਸਾਹਿਬ ਨੂੰ ਚਾਹੀਦਾ ਸੀਗਾ, ਉਹਦਾ ਅਸੀਂ ਪੁਰਜ਼ੋਰ ਵਿਰੋਧ ਕਰਦੇ ਹਾਂ। ਤੇ ਨਾਲੇ ਜਿਹੜੇ ਮੇਰੇ ਸਵਾਲ ਹੈ ਚੰਨੀ ਸਾਹਿਬ ਨੂੰ, ਮੈਂ ਚਾਹਣਾ ਵੀ ਕਾਈਂਡਲੀ ਉਹਨਾਂ ਦਾ ਜਵਾਬ ਦੇ ਦੇਣ ਵੀ ਗ੍ਰੈਜੂਏਸ਼ਨ ਮਿਸ ਕਰਕੇ ਬੱਚਾ ਕਿੱਡੀ ਵੱਡੀ ਜੌਬ ਲੈ ਸਕੂਗਾ। ਇਹ ਤਾਂ ਹੈ ਨਹੀਂ ਵੀ ਹੁਣ ਤੁਹਾਡੇ ਜਿਵੇਂ ਜਨਰਲ ਸੈਕਟਰੀ ਸਾਹਿਬ ਨੇ ਕਹਿਤਾ ਵੀ ਸਾਡੇ ਆਫਿਸ ਦੇ ਬਾਹਰ ਖੜ ਕੇ ਸਿਕਿਉਰਿਟੀ ਦੀ ਜੌਬ ਕਰੇ, ਉਹ ਜੌਬ ਤਾਂ ਕਰਨਗੇ ਨਹੀਂ, ਉਹ ਦੇਸ਼ ਦੀ ਸੇਵਾ ਕਰਕੇ ਆਏ, ਉਹਨਾਂ ਦੀ ਪ੍ਰੈਸਟੀਜ ਹੈ, ਪ੍ਰਿਵਿਲੇਜ ਹੈ, ਤੇ ਉਹ ਚੀਜ਼ ਨੂੰ ਤੁਸੀਂ ਆਨਰ ਕਰੋ। ਉਹਨਾਂ ਨੂੰ ਇਹ ਛੋਟੀਆਂ ਨੌਕਰੀਆਂ ਦੇ ਕੇ ਆਰਮੀ ਦੇ ਸੋਲਜਰਸ ਦੇ ਇੱਕ ਤੁਸੀਂ ਤੰਜ ਨਾ ਕਾਈਂਡਲੀ ਕਸੋ ਕਿ ਅਸੀਂ ਸਿਕਿਉਰਿਟੀ ਦੀ ਜੌਬ ਕਰਵਾਵਾਂਗੇ। ਸੋ ਮੇਰਾ ਦੈਟ ਵਿਲ ਬੀ ਆਲ।
ਜੀ ਠੀਕ ਹੈ। ਤਾਂ ਨਵਦੀਪ ਜੀ ਮਤੇ ਨੂੰ ਲੈ ਕੇ ਆਪਣੀ ਪਹਿਲਾਂ ਵੀ ਤੁਹਾਡੇ ਨਾਲ ਡਿਸਕਸ਼ਨ ਹੋਈ ਹੈ, ਤਾਂ ਹੁਣ ਖਡਿਆਲ ਸਾਹਿਬ ਕਹਿੰਦੇ ਨੇ ਕਿ ਮਤੇ ਦੇ ਨਾਲ ਕੋਈ ਬਹੁਤਾ ਵੱਡਾ ਹੱਲ ਨਹੀਂ ਹੋਣ ਵਾਲਾ। ਆਮ ਆਦਮੀ ਪਾਰਟੀ ਹੈ ਜਿਹੜੀ ਪੰਜਾਬ ਸਰਕਾਰ ਹੈ, ਕੈਬਨਿਟ ਮੰਤਰੀ ਵੀ ਨੇ, ਇੱਥੋਂ ਤੱਕ ਕਿ ਮੁੱਖ ਮੰਤਰੀ ਭਗਵੰਤ ਸਿੰਘ ਖੁਦ ਵੀ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ, ਲੋਕ ਸਭਾ ਜਿਮਨੀ ਚੋਣਾਂ ਦੇ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ। ਕਹਿੰਦੇ ਨੇ ਕਿ ਸਾਡੀ ਰਾਜਧਾਨੀ ਹੈ ਸੰਗਰੂਰ, ਕੀ ਜ਼ਰੂਰੀ ਹੋ ਗਈ ਹੈ ਚੋਣ ਪ੍ਰਚਾਰ ਕਰਨਾ, ਜ਼ਿਆਦਾ ਜ਼ਰੂਰੀ ਹੈ ਅਗਨੀਪਥ ਯੋਜਨਾ ਦੇ ਨਾਲੋਂ? ਕੀ ਮੰਨਦੇ ਹੋ? ਜਿਸ ਤਰੀਕੇ ਅਰਸ਼ਪ੍ਰੀਤ ਖਡਿਆਲ ਨੇ ਦੱਸਿਆ ਕਿ ਮਤਾ ਪਾਉਣ ਨਾਲ ਤਾਂ ਕੋਈ ਕਿਸੇ ਪ੍ਰਕਾਰ ਦਾ ਕੋਈ ਹੱਲ ਵੀ ਨਹੀਂ ਹੋਣਾ। ਦੇਖੋ ਸਰ, ਇਹ ਜਿਹੜੀ ਪ੍ਰਵਕਤਾ ਨੇ ਇਹਨਾਂ ਤਾਂ ਇਹ ਹਾਲਾਤ ਹੈ ਕਿ ਜੇਕਰ ਕੋਈ USA ਦੇ ਵਿੱਚ ਕੋਈ ਗੋਲੀਬਾਰੀ ਹੋ ਜਾਣਾ ਤਾਂ ਇਹਨਾਂ ਤਾਂ ਚੱਕ ਕੇ ਕਹਿਣਾ ਜੀ ਇਹ ਆਮ ਆਦਮੀ ਪਾਰਟੀ ਨੇ ਕਰਵਾਇਆ, ਭਗਵੰਤ ਸਿੰਘ ਮਾਨ ਜੀ ਨੇ ਕਰਵਾਇਆ। ਇਹਨਾਂ ਦੇ ਇਹ ਹਾਲਾਤ ਅੱਜ, ਕਿਉਂਕਿ ਇਹਨਾਂ ਨਾਲ ਇਹਨਾਂ ਨੇ ਜਿਹੜੀ ਪਹਿਲਾਂ ਵੀ ਤੁਹਾਨੂੰ ਦੇਖਿਆ ਹੀ ਹੈ ਕਿਦਾਂ ਦੀ ਰਾਜਨੀਤੀ ਕੀਤੀ। ਇਹਨਾਂ ਨੇ ਇੱਥੇ ਲਾਸ਼ਾਂ ਦੇ ਉੱਪਰ ਜਿਹੜੇ ਕਾਂਗਰਸ ਖਡਿਆਲ ਸਾਹਿਬ ਗੱਲਾਂ ਕਰਦੇ ਵੱਡੀਆਂ ਵੱਡੀਆਂ, ਔਰ ਇਹਨਾਂ ਦੀ ਇੰਨੀ ਟਾਈਮ ਸਰਕਾਰ ਰਹੀ, ਇਹਨਾਂ ਨੇ ਕਿੰਨਾ ਕੁ ਜਿਹੜਾ ਨੌਜਵਾਨ ਇੰਨੀ ਸੈਂਟਰ ਸਰਕਾਰ ਜਿਹੜੀ ਕਾਂਗਰਸ ਪਾਰਟੀ ਦੀ ਵੀ ਰਹੀ ਹੈ, ਇਹਨਾਂ ਨੇ ਕਿੰਨੇ ਕੁ ਜਿਹੜੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤੇ ਪਹਿਲਾਂ ਜੀ ਮੈਨੂੰ ਦੱਸ ਦੇਣ। ਕਿੰਨੇ ਕਿੰਨੇ ਜਿਹੜੇ ਨੌਜਵਾਨਾਂ ਨੂੰ ਸਾਡੇ ਨੂੰ ਬੇਰੁਜ਼ਗਾਰੀ ਤੋਂ ਜਿਹੜਾ ਰੁਜ਼ਗਾਰ ਚ ਪਾਤਾ ਇਹਨਾਂ ਨੇ। ਸੋ ਇਹ ਇਕੱਲੇ ਡਿਬੇਟਾਂ ਤੇ ਬੈਠ ਕੇ ਗੱਲਾਂ ਕਰਨ ਜਾਣਦੇ ਤੇ ਇਕੱਲੇ ਆਮ ਆਦਮੀ ਪਾਰਟੀ ਦੇ ਤੰਜ ਕਸਣ ਜਾਣਦੇ ਆ। ਦੂਜੀ ਗੱਲ, ਅਸੀਂ ਕੋਈ ਇਲੈਕਸ਼ਨ ਦੇ ਵਿੱਚ ਬਿਜ਼ੀ ਨਹੀਂ ਗਏ ਸਾਰੀ ਜਿਹੜੀ ਪਾਰਟੀ ਆ, ਅਸੀਂ ਇਹਦੇ ਉੱਪਰ ਬੜੀ ਗੰਭੀਰਤਾ ਨਾਲ ਮੈਂ ਕਹਿ ਰਿਹਾ ਗੱਲਬਾਤ ਚੱਲ ਰਹੀ ਹੈ। ਦੇਖੋ ਆ ਇਲੈਕਸ਼ਨ ਨੂੰ ਨੈਕਸਟ ਡੇ ਜਿਹੜਾ ਬਾਈਟ ਪੇਸ਼ ਹੋਣਾ ਤੇ ਉਹਦੇ ਵਿੱਚ ਹੀ ਸਾਰੀ ਗੱਲਬਾਤ ਅੱਗੇ ਇਹ ਰੱਖੀ ਜਾਣੀ ਹੈ। ਔਰ ਜੋ ਇਹਨੂੰ ਵਾਪਸ ਕਰਾਉਣ ਦੇ ਲਈ ਜਿਹੜੀ ਇਹ ਸਕੀਮ ਹੈ, ਇਹਨੂੰ ਖਤਮ ਕਰਾਉਣ ਦੇ ਲਈ ਜਿਹੜੇ ਸਾਡੇ ਨੌਜਵਾਨਾਂ ਦੇ ਨਾਲ ਇੱਕ ਭੱਦਾ ਮਜ਼ਾਕ ਹੈ, ਉਹਨੂੰ ਜਿਹੜਾ ਪਾਸੇ ਲਾਂਭੇ ਕਰਨ ਦੇ ਲਈ ਜਿਹੜਾ ਕੋਈ ਸਰਕਾਰ ਨੂੰ ਕਰਨਾ ਪਿਆ ਉਹ ਕਰੇਗੀ। ਔਰ ਇਹ ਬਿਲਕੁਲ ਬਾਕੀ ਮੈਨੇ ਦੀਆਂ ਗੱਲਾਂ ਨਾਲ ਇਸ ਕਰਕੇ ਸਹਿਮਤ ਹੈ ਕਿ ਇੱਕ ਨੌਜਵਾਨ ਜਿਹਦੀ ਗ੍ਰੈਜੂਏਸ਼ਨ ਖਤਮ ਹੋ ਜਾਏਗੀ, ਇੱਕ ਯੰਗ ਨੂੰ ਆਪਾਂ ਬਾਰਡਰ ਦੇ ਉੱਪਰ ਲਾ ਦਾਂਗੇ ਤਾਂ ਮੇਰਾ ਖਿਆਲ ਉਹਦਾ ਦੋਨੇ ਗੱਲਾਂ ਜਿਹੜੀਆਂ ਸੇਫ ਨਹੀਂ ਰਹਿਣੀਆਂ ਹੈਗੀਆਂ, ਨਾ ਤਾਂ ਨੌਜਵਾਨ ਔਰ ਨਾ ਦੇਸ਼ ਰਹਿਣਾਗਾ। ਔਰ ਮੈਨੂੰ ਖਡਿਆਲ ਸਾਹਿਬ ਤੋਂ ਮੈਂ ਇੱਕ ਸਵਾਲ ਪੁੱਛੂੰਗਾ ਵੀ ਤੁਹਾਡੀ ਸੈਂਟਰ ਤੋਂ ਕਿੰਨੇ ਸਾਲ ਸਰਕਾਰ ਰਹੀ ਹੈ ਔਰ ਤੁਸੀਂ ਕਿੰਨੇ ਕੁ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ? ਕੋਈ ਵਿਦ ਅੰਕੜੇ ਪੇਸ਼ ਕਰਿਓ। ਬਿਲਕੁਲ ਅੱਜ ਆਪਾਂ ਬਿਲਕੁਲ ਅਗਨੀਪਥ ਯੋਜਨਾ ਦੇ ਮੁੱਦੇ ਤੇ ਹੀ ਰਹਾਂਗੇ ਨਵਦੀਪ ਜੀ। ਆਮ ਆਦਮੀ ਦਸਤਾ ਕਰਿਓ ਤੇ ਤੰਜ ਮੇਰਾ ਜਵਾਬ ਬਿਲਕੁਲ ਲਵਾਂਗੇ ਖਡਿਆਲ ਸਾਹਿਬ, ਤੁਹਾਡੇ ਤੋਂ ਵੀ ਜਵਾਬ ਲਵਾਂਗੇ। ਬਿਲਕੁਲ ਠੀਕ ਹੈ। ਕਹਿਣੀ ਮੈਂ 10 ਸੈਕਿੰਡ ਹੀ ਲਵਾਂਗਾ ਜੀ। ਮੈਂ ਜੀਤਾ ਸਾਹਿਬ ਦੇ ਟਾਈਮ ਨਹੀਂ ਬੋਲਿਆ ਵੀ ਟਾਈਮ ਦੇ ਦਈਏ, ਬਾਅਦ ਚ ਕਹਿਣਗੇ ਸਾਨੂੰ ਭਾਰਤ ਵਿੱਚ ਤਾਂ ਲੋਕਾਂ ਨੇ ਜੀਤਾ ਸਾਹਿਬ ਮੇਰਾ ਜਵਾਬ ਹਿੰਦੁਸਤਾਨ ਜਿਹੜੀ ਕਾਂਗਰਸ ਮੁਕਤ ਭਾਰਤ ਬਣ ਚੁੱਕਿਆ, ਪੰਜਾਬ ਜਿਹੜੀ ਕਾਂਗਰਸ ਮੁਕਤ ਪੰਜਾਬ ਬਣ ਚੁੱਕਾ। ਤੁਸੀਂ ਕਹਿੰਦੇ ਗੱਲਾਂ ਵਾਲੇ ਡਿਬੇਟਾਂ ਤੇ ਰਹਿ ਗਿਆ, ਕੀਤਾ ਕੁਝ ਨਹੀਂਗਾ। ਸੋ ਸਾਨੂੰ ਟਾਈਮ ਦਿਓ। ਠੀਕ ਹੈ ਨਵਦੀਪ ਜੀ, ਆਪਾਂ ਅਗਨੀਪਥ ਯੋਜਨਾ ਦੇ ਮੁੱਦੇ ਤੇ ਹੀ ਅੱਜ ਚਰਚਾ ਕਰਾਂਗੇ। ਆਪਾਂ ਮੁੱਦੇ ਤੋਂ ਪਾਸੇ ਹਟ ਕੇ ਨਾ ਹੀ ਗੱਲ ਕਰੀਏ। ਨਾਲ ਖੜਾਂਗੇ, ਇਹ ਸਕੀਮ ਲਾਗੂ ਨਹੀਂ ਹੋਣ ਦੇਵਾਂਗੇ। ਬਹੁਤ ਵੱਡਾ ਫਰਾਡ ਹੈ ਜੀ। ਠੀਕ ਹੈ, ਉਹਨਾਂ ਖਡਿਆਲ ਸਾਹਿਬ ਤੁਹਾਡੇ ਕੋਲ ਵੀ ਪਹਿਲਾਂ ਚੰਨੀ ਸਾਹਿਬ ਤੋਂ ਸਵਾਲਾਂ ਦੇ ਜਵਾਬ ਲੈ ਲਈਏ। ਚੰਨੀ ਸਾਹਿਬ, ਚੰਨੀ ਜੀ ਅਰਸ਼ਪ੍ਰੀਤ ਖਡਿਆਲ ਉਹਨਾਂ ਨੇ ਵੀ ਤੁਹਾਡੇ ਤੇ ਬੜੇ ਸਵਾਲ ਖੜੇ ਕੀਤੇ ਨੇ। ਠੀਕ ਹੈ ਖਡਿਆਲ ਸਾਹਿਬ, ਠੀਕ ਹੈ, ਉਹਨਾਂ ਤੁਹਾਡੇ ਕੋਲ ਵੀ ਮੇਰਾ ਕਾਈਂਡਲੀ 10 ਸੈਕਿੰਡ ਲੈ ਲਓ, ਮੈਨੂੰ ਕਾਈਂਡਲੀ 10 ਸੈਕਿੰਡ ਦੇ ਦਿਓ। ਨੰਬਰ 1, ਜੀਦਾ ਸਾਹਿਬ ਨੇ ਪਹਿਲਾਂ ਤਾਂ ਜਿਹੜਾ ਇਸ਼ੂ ਹੈ, ਡਿਬੇਟ ਦਾ ਮੁੱਦਾ ਹੈ, ਉਹ ਤੋਂ ਡਿਫਲੈਕਟ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਇਹਨਾਂ ਦੇ ਟਾਈਮ ਸੀ ਬੋਲਿਆ, ਉਮੀਦ ਕਰਦਾ ਮੇਰੇ ਸੀ ਬੋਲਣਗੇ। ਮੁੱਦਾ ਅਗਨੀਪਥ ਇਹ ਚਲੇ ਗਏ ਕਾਂਗਰਸ ਪਾਰਟੀ ਦੇ ਰੂਲ ਦੇ ਵਿੱਚ ਕੀ ਹੋਇਆ ਜੀ, ਕਿੰਨੀ ਜੌਬਸ ਮਿਲੀਆਂ ਉਹ ਵੀ ਦੱਸ ਦਿੰਦਾ। ਮਨਰੇਗਾ ਸਕੀਮ ਹੈ, ਸਰਚ ਕਰ ਲਿਓ। ਮਨਰੇਗਾ ਦੇ ਘਪਲੇ ਕਿੰਨੇ ਹੋਏ ਆ? ਠੀਕ ਹੈ, ਮਨਰੇਗਾ ਤੁਹਾਡੀ ਸਕੀਮ ਦੇ ਵਿੱਚ ਤੁਹਾਡੇ ਮੰਤਰੀ ਕਿੰਨੇ ਵੱਡੇ ਘਪਲੇ ਕੀਤੇ ਆ, ਉਹ ਸਾਹਮਣੇ ਦੇਖੋ। ਬੰਦਾ ਵਾਅਦਾ ਰੱਖਿਆ ਕਰੋ। ਚੰਨੀ ਜੀ ਤੁਸੀਂ ਕੀ ਮੰਨਦੇ ਹੋ? ਜਿਵੇਂ ਹੁਣ 4 ਸਾਲ ਦੀ ਜੇਕਰ ਸਰਵਿਸ ਹੈ, ਚੰਨੀ ਜੀ ਜੇਕਰ 4 ਸਾਲ ਦੀ ਸਰਵਿਸ ਹੈ, ਉਸ ਤੋਂ ਬਾਅਦ ਤੁਸੀਂ ਮਨਰੇਗਾ ਸਕੀਮ ਦਾ ਪੈਸਾ ਤੁਹਾਡੇ ਲੀਡਰਾਂ ਕੋਲੋਂ, ਤੁਹਾਡੇ ਜਿੰਨਾ ਕੋਲ ਹੀ ਆ, ਗਰੀਬਾਂ ਕੋਲੇ ਕੋਈ ਪੈਸਾ ਨਹੀਂ ਪਹੁੰਚਦਾ ਮਨਰੇਗਾ ਦਾ। ਜੌਬਸ ਮਿਲੀਆਂ, ਮਨਰੇਗਾ ਦਾ ਕੋਈ ਕਿਸੇ ਕੋਲ ਪੈਸਾ ਨਹੀਂ ਪਹੁੰਚਦਾ। ਤੁਸੀਂ ਗਰੀਬਾਂ ਨਾਲ ਫਰਾਡ ਕੀਤਾ ਹੈ। ਭਾਰਤ ਦੀ ਗੱਲ ਹੈ ਜੀਦਾ ਸਾਹਿਬ, ਸੁਣ ਲਓ। ਤੁਸੀਂ ਨਹੀਂ, ਜਦੋਂ ਮਨਰੇਗਾ ਸਕੀਮ ਸਟਾਰਟ ਕੀਤੀ ਆ, ਪਰ ਡੇ ਕਿੰਨੀ ਤੁਸੀਂ ਰੱਖੀ ਸੀ ਜੌਬ ਦੀ? ਉਹ ਜੀਦਾ ਸਾਹਿਬ ਸੁਣਨ ਦਾ ਮਾਦਾ ਰੱਖੋ ਨਾ। ਖਡਿਆਲ ਸਾਹਿਬ, ਆਪਾਂ ਮੁੱਦੇ ਤੋਂ ਨਾ ਭਟਕੀਏ। ਦੋਨੇ ਪਾਰਟੀਆਂ, ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕਾਂਗਰਸ ਹੈ, ਮੁੱਦੇ ਤੋਂ ਆਪਾਂ ਅੜਕ ਰਹੇ ਹਾਂ। ਇਹ ਮੁੱਦਾ ਆਪਣੀ ਚਰਚਾ ਕਰਨ ਦਾ ਨਹੀਂ ਹੈ। ਇਸ ਨਾਲ ਫਿਰ ਟਾਈਮ ਵੇਸਟ ਜ਼ਿਆਦਾ ਹੁੰਦਾ। ਕੋਈ ਕਿਸੇ ਪ੍ਰਕਾਰ ਦਾ ਕੋਈ ਸੋਚਾ ਨਿਕਲ ਕੇ ਸਾਹਮਣੇ ਨਹੀਂ ਆਉਂਦਾ। ਪਾਰਡੇ ਕਿੰਨੀ ਕਹਾਣੀ ਰੱਖੀ ਸੀ ਇੱਕ ਟੀਮ ਦੀ ਸੋਸ਼ਲ ਡਿਬੇਟ ਦੇ ਲੋਕਾਂ ਦਾ ਤੇ ਤੰਜ ਕਸਨ ਦੀ। ਜੀਦਾ ਸਾਹਿਬ ਮੈਂ ਉਹ ਤਾਂ ਕਰ ਲੈਣਾ, ਤੁਸੀਂ ਉਹ ਵੀ ਨਹੀਂ ਹਜੇ ਕਰ ਪਾ ਰਹੇ, ਹਜੇ ਨਵੇਂ ਆਏ ਹੋ। ਡਿਬੇਟ ਵੀ ਕਰੋਗੇ ਤੇ ਤੰਜ ਕਸਨਾ ਵੀ ਸ਼ੋਸ਼ਣ ਕਰਦੇ ਹੋ। ਸ਼ੋਸ਼ਣ ਮੇਰੇ ਕੋਲੇ ਹੀ ਆ ਜਾ ਕਰੋ, ਮੈਂ ਹੀ ਸਿਖਾ ਦੂੰਗਾ ਤੁਹਾਨੂੰ। ਠੀਕ ਹੈ, ਚੰਨੀ ਸਾਹਿਬ ਤੋਂ ਸਵਾਲ ਕਰ ਲੈਂਦੇ ਆ। ਖਡਿਆਲ ਜੀ, ਇਹ ਆਮ ਆਦਮੀ ਪਾਰਟੀ ਹੈ, ਮੁੱਦੇ ਦੀ ਗੱਲ ਹੁੰਦੀ ਹੈ, ਮੁੱਦੇ ਤੋਂ ਕੋਈ ਫੈਕਟ ਤੇ ਗੱਲ ਕਰਦੀ ਨਹੀਂ। ਮੁੱਦੇ ਦੀ ਗੱਲ ਕਰਿਆ ਕਰੋ। ਜਦੋਂ ਸਵਾਲ ਦੇ ਜਵਾਬ ਨਹੀਂ ਹੁੰਦੇ, ਫਿਰ ਪਰਸਨਲ ਗੱਲਾਂ ਕਰਦੇ ਜੀਦਾ ਸਾਹਿਬ। ਸੋ ਰਾਜਨੀਤੀ ਕਰਨਾ ਸਿੱਖ ਲਓ, ਡਿਬੇਟ ਕਰਨਾ ਸਿੱਖ ਲਓ ਜੀਦਾ ਸਾਹਿਬ। ਜਾਂ ਮੇਰੇ ਕੋਲੇ ਆ ਜਾਓ, ਮੈਂ ਸਿਖਾ ਦੂੰ। ਹੁਣ ਦੋਨਾਂ ਨੂੰ ਅਪੀਲ ਹੈ ਕਿ ਆਪਾਂ ਸਵਾਲ ਬੀਜੇਪੀ ਤੋਂ ਕਰ ਲੈਂਦੇ ਆ। ਦੋਵਾਂ ਪਾਰਟੀਆਂ ਦੇ ਬੁਲਾਰੇ ਨੂੰ ਮੇਰੀ ਅਪੀਲ ਹੈ, ਗੱਲ ਮੰਨ ਲਈ ਜਾਵੇ। ਨਵਦੀਪ ਜੀ,
ਨਵਦੀਪ ਜੀ ਠੀਕ ਹੈ ਐਕਟੀਵਿਟੀ ਉਹਦੀ ਕਰਤੀ। ਫਿਰ ਜੇਕਰ ਆਪਸ ਦੇ ਵਿੱਚ ਹੀ ਬੈਸੀ ਜਾਓਗੇ ਫਿਰ ਅਗਨੀਪਥ ਯੋਜਨਾ ਤੇ ਚਰਚਾ ਕੀ ਹੋਊਗੀ? ਅਗਨੀਪਥ ਯੋਜਨਾ ਤੇ ਚਰਚਾ ਕਿਵੇਂ ਕਰਾਂਗੇ ਜੇਕਰ ਆਪਾਂ ਹੋਰ ਮੁੱਦਿਆਂ ਦੇ ਪਿੱਛੇ ਆਪਸ ਦੇ ਵਿੱਚ ਬੈਸੀ ਜਾਵਾਂਗੇ ਤਾਂ ਕੋਈ ਸਿੱਟਾ ਨਿਕਲ ਕੇ ਸਾਹਮਣੇ ਨਹੀਂ ਆਵੇਗਾ। ਤੇ ਚੰਨੀ ਸਾਹਿਬ ਸਵਾਲ ਕਈ ਖੜੇ ਕੀਤੇ ਨੇ, ਇੱਕ ਨਹੀਂ 4 ਤੋਂ 5 ਸਵਾਲ ਖੜੇ ਕੀਤੇ ਨੇ ਕਾਂਗਰਸ ਪਾਰਟੀ ਨੇ ਤੁਹਾਡੇ ਤੇ, ਅਰਸ਼ਪ੍ਰੀਤ ਖੜਿਆਲ ਨੇ, ਉਮੀਦ ਹੈ ਤੁਹਾਡੇ ਧਿਆਨ ਦੇ ਵਿੱਚ ਹੋਣਗੇ। ਤੇ ਦੂਜੀ ਗੱਲ ਇਹ ਹੈ ਕਿ ਹੁਣ ਤੁਸੀਂ ਪਹਿਲਾਂ ਵੀ ਦੱਸਿਆ ਕਿ ਸਮੇਂ-ਸਮੇਂ ਰਣਨੀਤੀਆਂ ਬਣਾਉਂਦੀ ਜਾਵੇਗੀ, ਸਮੇਂ-ਸਮੇਂ ਯੋਜਨਾ ਬਣਾਉਂਦੀ ਜਾਵੇਗੀ ਆਰਮੀ, ਚਾਹੇ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੈ, ਕੇਂਦਰ ਸਰਕਾਰ ਸਮੇਂ-ਸਮੇਂ ਤੁਸੀਂ ਕਹਿੰਦੇ ਯੋਜਨਾ ਬਣਾਉਂਦੀ ਰਹੇਗੀ 4 ਸਾਲ ਦੀ ਜੇਕਰ ਸਰਵਿਸ। ਤਾਂ ਹੁਣ ਐਲਾਨ ਤੋਂ ਬਾਅਦ ਹੀ ਐਡਾ ਬੜਾ ਪ੍ਰਦਰਸ਼ਨ ਹੋ ਰਿਹਾ, ਰੇਲ ਗੱਡੀਆਂ ਨੂੰ ਅੱਗ ਲਾਈ ਜਾ ਰਹੀ ਹੈ, ਵੱਡੀਆਂ ਭੰਨ ਤੋੜਾਂ ਕੀਤੀਆਂ ਜਾ ਰਹੀਆਂ ਨੇ, ਤਾਂ ਕਿਤੇ ਇਹ ਨਾ ਹੋਵੇ ਕਿ 4 ਸਾਲ ਬਾਅਦ ਸਰਕਾਰ ਤੋਂ ਕੋਈ ਯੋਜਨਾ ਨਾ ਬਣੇ, ਜਿਹੜਾ ਪ੍ਰਦਰਸ਼ਨ ਹੈ ਉਹ ਇਸ ਤੋਂ ਵੀ ਜ਼ਿਆਦਾ ਭਿਆਨਕ ਰੂਪ ਧਾਰਨ ਕਰ ਲਵੇ। ਕਿਉਂਕਿ ਨੌਜਵਾਨ ਉਸ ਸਮੇਂ ਫਿਰ ਫੌਜ ਦੀ ਨੌਕਰੀ ਕਰਕੇ ਇੱਕ ਤਾਂ ਸਾਬਕਾ ਫੌਜੀ ਅਖਵਾਉਣਗੇ, ਬੇਰੁਜ਼ਗਾਰ ਹੋ ਜਾਣਗੇ ਤੇ ਨਾ ਹੀ ਅੱਗੇ ਪੜ੍ਹਾਈ ਕਰ ਸਕਣਗੇ। ਨੌਕਰੀ ਜਿਹੜਾ ਇਨਸਾਨ ਕਰਦਾ ਹੋਵੇ, ਉੱਪਰੋਂ ਸਰਕਾਰੀ ਨੌਕਰੀ ਹੋਵੇ, ਸਰਕਾਰੀ ਨੌਕਰੀ ਛੱਡ ਕੇ ਬਾਅਦ ਚੋਂ ਪੜ੍ਹਾਈ ਕਰਨੀ ਬੜੀ ਮੁਸ਼ਕਿਲ ਹੋ ਜਾਂਦੀ ਹੈ। ਕਿਤੇ ਨਾ ਹੋਵੇ 4 ਸਾਲ ਬਾਅਦ ਇਸ ਤੋਂ ਵੀ ਤਕੜੀ ਬਹਿਸ ਹੋਵੇ, ਇਸ ਤੋਂ ਵੀ ਤਕੜਾ ਪ੍ਰਦਰਸ਼ਨ ਹੋ ਜਾਵੇ, ਵੱਡਾ ਪ੍ਰਦਰਸ਼ਨ ਹੋਵੇ ਤੇ ਦੇਸ਼ ਦੇ ਵਿੱਚ ਮਾਹੌਲ ਖਰਾਬ ਹੋ ਜਾਵੇ। ਇਸ ਬਾਰੇ ਕੀ ਕਹੋਗੇ? ਦੇਖੋ ਦਾ ਜਵਾਬ ਦੇ ਦਿੱਤਾ। ਇੱਕ ਡਿਪਾਰਟਮੈਂਟ ਆਫ ਮਿਲਟਰੀ ਅਫੇਅਰਸ ਹੈਗਾ, ਉਹਦੇ ਵਿੱਚ ਬਕਾਇਦਾ ਸਰਵੇਇੰਗ ਜਨਰਲ ਦੇ ਨਾਲ ਔਰ ਸਾਰੇ ਰੈਂਕਰਸ ਜਿਹੜੇ ਹੈਗੇ ਨੇ ਉਹ ਸਾਰਿਆਂ ਦੇ ਨਾਲ ਡਿਸਕਸ ਕਰਨ ਤੋਂ ਬਾਅਦ ਹੈਗੀ ਹੈ ਇੱਕ ਟੀਮ ਬਣਾਈ। ਔਰ ਜਿਹੜਾ ਹੈਗਾ ਕਿ ਜਿਹੜਾ ਆਪਾਂ ਕਹਿੰਦੇ ਕਿ ਜਿਹੜੇ ਜਵਾਨ ਆ ਜਾਣਗੇ ਉਹ ਪਤਾ ਨਹੀਂ ਕੀ ਕਰਨਗੇ, ਇਸ ਤਰ੍ਹਾਂ ਦਾ ਆਪਣੇ ਮੁਲਕ 'ਚ ਮੇਰੇ ਖਿਆਲ ਸਭ ਤੋਂ ਜ਼ਿਆਦਾ ਐਕਸ-ਸਰਵਿਸਮੈਨ ਹੈਗੇ ਨੇ ਜਿਹੜੇ ਆਲਰੇਡੀ ਟ੍ਰੇਨਡ ਸੀ, ਸਾਰਾ ਕੁਝ ਸੀ। ਇੱਦਾਂ ਦੀਆਂ ਸਾਨੂੰ ਖਦਸ਼ਾ ਜਿਹੜੇ ਹੈਗੇ ਆ ਉਹ ਪ੍ਰਗਟ ਨਹੀਂ ਕਰਨੇ ਚਾਹੀਦੇ। ਜਿਹੜੀ ਆਰਮੀ ਦੀ ਸਟਰੈਂਥ ਹੈਗੀ ਆ ਉਹ ਮੇਨਟੇਨ ਹੋਏਗੀ, ਔਰ ਜਿੰਨੀ ਇਨਟੇਕ ਲੈਂਦੇ ਆ ਉਹ ਅਸੀਂ ਇਨਟੇਕ ਆਏ ਸਾਲ ਉਨੀ ਲਈ ਜਾਏਗੀ। ਆਰਮੀ ਦੀ ਸਟਰੈਂਥ ਘਟਾਈ ਨਹੀਂ ਜਾ ਰਹੀ, ਔਰ ਜਿਹੜੇ ਤੋਂ ਨਹੀਂ ਸਫਲ ਹੋਣਗੇ ਉਹਨਾਂ ਆਪ ਵੀ ਕਿਹਾ, ਮੈਂ ਵੀ ਕਿਹਾ, ਬੜੀਆਂ ਸਕੀਮਾਂ ਹੈਗੀਆਂ ਨੇ ਉਹ ਅਸੀਂ ਲਿਆਂਦੀਆਂ ਨੇ, ਜੋ ਲੋੜ ਹੋਏਗੀ ਤਾਂ ਹੋਰ ਵੀ ਲਿਆਵਾਂਗੇ। ਹੁਣ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਕਿ 22 ਦੇ ਵਿੱਚ ਜਿਹੜਾ ਆਰਮੀ ਦਾ ਬਜਟ ਸੀਗਾ ਉਹ 4,70,000 ਕਰੋੜ ਰੁਪਈਆ ਸੀ, ਔਰ 22 ਦੇ ਵਿੱਚ ਇਹ ਬਜਟ 5.25 ਲੱਖ ਕਰੋੜ ਦਾ ਜਿਹੜਾ ਬਜਟ ਹੈ ਉਹ ਹੋ ਗਿਆ। ਚਲੋ ਉਹਦੇ ਵਿੱਚ ਤਾਂ ਬੜੀਆਂ ਚੀਜ਼ਾਂ ਜਿਹੜੇ ਖਰਚੇ ਨੇ, ਪੈਨਸ਼ਨਾਂ, ਸੈਲਰੀ, ਸਾਰਾ ਕੁਝ ਖਰਚੇ, ਪਰ ਜਿਹੜਾ ਅਸਲੀ ਖਰਚਾ ਹੁੰਦਾ ਉਹ ਹੁੰਦਾ ਕੈਪੀਟਲ ਐਕਸਪੈਂਡੀਚਰ। ਕੈਪੀਟਲ ਐਕਸਪੈਂਡੀਚਰ ਦਾ ਮਤਲਬ ਹੈ ਵੀ ਅਸੀਂ ਐਸੈਟਸ ਕ੍ਰੀਏਟ ਕਰਦੇ ਨੇ, ਉਹਦੇ ਵਿੱਚ ਚਾਹੇ ਵੈਪਨਸ ਨੇ, 에ਅਰਕ੍ਰਾਫਟ ਨੇ, ਵਾਰਸ਼ਿਪਸ ਨੇ, ਹਾਰਡਵੇਅਰ, ਜੋ ਵੀ ਅਸੀਂ ਕਰਦੇ, ਉਹ ਖਰਚਾ ਵੀ ਜਿਹੜਾ ਹੈਗਾ ਉਹ ਪਿਛਲੇ ਸਾਲ ਨਾਲੋਂ 1,38,000 ਕਰੋੜ ਰੁਪਈਆ ਸੀਗਾ, ਔਰ 1,52,369 ਕਰੋੜ ਰੁਪਈਆ ਜਿਹੜਾ ਹੈਗਾ ਉਹ ਖਰਚਾ ਅਸੀਂ ਬਜਟ ਦੇ ਵਿੱਚ ਪ੍ਰੋਵੀਜ਼ਨ ਹੈਗਾ। ਸੋ ਜਿਹੜੀ ਸਾਡੀ ਆਰਮੀ ਹੈਗੀ ਹੈ ਦੁਨੀਆ ਦੇ ਵਿੱਚ 3rd ਲਾਰਜੈਸਟ ਹੈਗੀ ਹੈ, ਔਰ ਐਕਸਪੈਂਡੀਚਰ ਵਾਈਜ਼ ਵੀ ਅਸੀਂ ਬਹੁਤ ਹੈਗੇ, ਔਰ ਜਿਹੜਾ ਪ੍ਰੀਵੀਅਸ ਬਜਟ ਹੈਗਾ ਉਹਦੇ ਨਾਲੋਂ 11% ਦੀ ਇਨਕਰੀਜ਼ ਹੈ, ਔਰ ਜਿਹੜਾ ਇਹਨਾਂ ਦੀ ਸਰਕਾਰ ਯੂਪੀਏ ਵੇਲੇ ਜਿਹੜਾ ਸੀਗਾ ਉਹਦੇ ਨਾਲੋਂ 33% ਦੀ ਇਨਕਰੀਜ਼ ਹੈ, ਜਿਹੜਾ ਬਜਟ ਦਾ 2011-12 ਦਾ ਸੀ। ਅੱਛਾ ਚੰਨੀ ਜੀ ਇੱਕ ਸਵਾਲ ਤੁਹਾਨੂੰ ਅਸੀਂ ਵੀ ਕਰਨਾ ਚਾਹਾਂਗੇ। ਹਾਲਾਂਕਿ ਅਰਸ਼ਪ੍ਰੀਤ ਖੜਿਆਲ ਉਹਨਾਂ ਨੇ ਵੀ ਪੁੱਛਿਆ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜੇ ਪਹਿਲਾਂ ਵਾਅਦੇ ਕੀਤੇ ਸੀ, ਚਾਹੇ ਉਹ 15 ਲੱਖ ਦੇਣ ਦਾ ਹੋਵੇ ਜਾਂ ਹੋਰ ਕਈ ਵਾਅਦੇ ਸੀ, ਉਹ ਸਿਰਫ ਜੁਮਲੇ ਨਿਕਲੇ ਨੇ, ਉਹਨਾਂ ਤੇ ਕੋਈ ਅਮਲੀ ਰੂਪ ਦੇ ਵਿੱਚ ਜ਼ਮੀਨੀ ਪੱਧਰ ਤੇ ਜੇਕਰ ਆਪਾਂ ਦੇਖੀਏ ਕੋਈ ਸੱਚਾਈ ਨਹੀਂ। ਤੇ ਹੁਣ ਵੀ ਇਹੀ ਕਿਹਾ ਜਾ ਰਿਹਾ ਕਿ 4 ਸਾਲ ਤੋਂ ਬਾਅਦ ਫਿਰ ਉਹਨਾਂ ਨੂੰ ਐਡਜਸਟਮੈਂਟ ਕੀਤਾ ਜਾਵੇਗਾ, ਜਿਹੜੇ ਨੌਜਵਾਨ ਫੌਜ ਦੀ ਨੌਕਰੀ ਪੂਰੀ ਕਰ ਲੈਣਗੇ, ਰਾਖਵਾਂਕਰਨ ਉਹਨਾਂ ਦੇ ਲਈ ਹੋਵੇਗਾ। ਤਾਂ ਇਸ ਨੂੰ ਕਿਵੇਂ ਸੱਚ ਮੰਨਣ? ਕਿਉਂਕਿ ਜੇਕਰ ਪਹਿਲਾਂ ਵਾਲੇ ਵਾਅਦੇ ਨਹੀਂ ਪੂਰੇ ਹੋਏ, ਇਸੇ ਕਰਕੇ ਲੋਕ ਹੁਣ ਦੁਬਾਰਾ ਭਰੋਸਾ ਨਹੀਂ ਕਰ ਰਹੇ ਬੀਜੇਪੀ ਦੀਆਂ ਇਹਨਾਂ ਗੱਲਾਂ ਤੇ, ਤਾਂ ਹੀ ਤਾਂ ਮਾਹੌਲ ਇੰਨਾ ਖਰਾਬ ਹੋ ਗਿਆ। ਅਸੀਂ ਇੱਕ ਪਾਲਿਸੀ ਹੈ ਕਿ ਅਸੀਂ ਲੋਕਾਂ ਨੂੰ ਨੌਕਰੀ ਦੇਣ ਵਾਲੇ ਬਣਾਉਣਾ, ਅਸੀਂ ਨੌਕਰੀ ਮੰਗਣ ਵਾਲੇ ਨਹੀਂ ਬਣਾਉਣਾ, ਔਰ ਉਹਦੇ ਵਿੱਚ ਜਿਹੜਾ ਆਤਮ ਨਿਰਭਰ ਭਾਰਤ ਹੈਗਾ ਉਹ ਅਸੀਂ ਬਣਾ ਰਹੇ ਹਾਂ, ਔਰ ਇਸੇ ਕਰਕੇ ਹਰ ਤਰ੍ਹਾਂ ਦੀ ਅਸੀਂ ਸਕਿੱਲ ਦੇ ਰਹੇ ਹਾਂ। ਸਾਡੇ ਜਿਹੜੇ ਬੱਚੇ ਨੇ ਉਹ ਦੇ ਆਰ ਓਨਲੀ ਐਲੀਜੀਬਲ ਫਾਰ ਵਾਈਟ ਕਾਲਰ ਜੌਬਸ, ਦੇ ਆਰ ਨਾਟ ਐਲੀਜੀਬਲ ਫਾਰ ਬਲੂ ਕਾਲਰ ਜੌਬਸ। ਬਲੂ ਕਾਲਰ ਜੌਬ ਟ੍ਰੇਨਿੰਗ ਦੇ ਨਾਲ ਹੀ ਉਹ ਬੰਦਾ ਜਿਹੜਾ ਹੈਗਾ ਉਹ ਹੋਏਗਾ। ਔਰ ਤੁਸੀਂ ਇਹ ਦੇਖੋ 16.80 ਲੱਖ ਕਰੋੜ ਰੁਪਏ ਦੇ ਨਾਲ
ਅਸੀਂ 35 ਕਰੋੜ ਜਿਹੜੀਆਂ ਜੌਬਸ ਹੈਗੀਆਂ ਨੇ ਈਵਨ ਕੋਵਿਡ ਦੇ ਦੌਰਾਨ ਵੀ ਅਸੀਂ ਇੰਸ਼ੋਰ ਜਿਹੜੀਆਂ ਹੈਗੀਆਂ ਅਸੀਂ ਉਹ ਕੀਤੀਆਂ ਨੇ। ਔਰ ਉਹਦੇ ਨਾਲ ਜਿਹੜਾ ਅਸੀਂ ਇਹਦੇ ਵਿੱਚ ਵੀ ਜਿਹੜੀ ਆਤਮ ਨਿਰਭਰਤਾ ਬਣਾਉਣੀ ਹੈਗੀ ਹੈ ਔਰ ਉਹ ਕਰਦੇ ਆ ਉਹਨੂੰ ਤੇ ਕਰਕੇ ਦਾ ਇੱਕ ਐਕਸਪੋਰਟ ਹੱਬ ਜਿਹੜਾ ਸਾਡਾ ਬਣ ਰਿਹਾ ਔਰ ਅਸੀਂ ਈਜ਼ ਆਫ ਡੂਇੰਗ ਬਿਜ਼ਨਸ ਦੇ ਵਿੱਚ ਅਸੀਂ ਵਰਲਡ ਜਿਹੜੀ ਗ੍ਰੇਡਿੰਗ ਹੈਗੀ ਉਹਦੇ ਵਿੱਚ ਅੱਛਾ ਚੰਨੀ ਸਾਹਿਬ ਜੇਕਰ ਆਪਾਂ ਦੇਖੀਏ ਕਈ ਦਹਾਕਿਆਂ ਪਹਿਲਾਂ ਦੀ ਗੱਲ ਦੇਖੀਏ, ਪੰਜਾਬ ਤੋਂ ਇੱਕ ਸੂਰਮਾ ਸੀ, ਉੱਡਣਾ ਸਿੱਖ ਦੇ ਨਾਮ ਨਾਲ ਜਾਣੇ ਜਾਂਦੇ ਸੀ ਮਿਲਖਤ ਸਿੰਘ, ਫੌਜ ਦੇ ਵਿੱਚ ਭਰਤੀ ਹੋਏ ਸੀ, ਫੌਜ ਚੋਂ ਜਾ ਕੇ ਖਿਡਾਰੀ ਬਣੇ ਸੀ, ਐਥਲੀਟ ਬਣੇ ਸੀ, ਦੇਸ਼ ਦਾ ਨਾਮ ਰੋਸ਼ਨ ਕੀਤਾ ਸੀ। ਹੁਣ ਤੁਹਾਨੂੰ ਕੀ ਲੱਗਦਾ 4 ਸਾਲ ਦੀ ਸਰਵਿਸ ਦੇ ਵਿੱਚ ਇਹ ਨੌਜਵਾਨ ਕਰ ਸਕਣਗੇ ਇਹੋ ਜਿਹਾ ਕੁਛ, ਫੌਜ ਦੇ ਵਿੱਚ ਰਹਿ ਕੇ ਕਿਸੇ ਤਰੀਕੇ ਦੀ ਕੋਈ ਟ੍ਰੇਨਿੰਗ ਲੈ ਕੇ ਖੇਡਾਂ ਦੇ ਵਿੱਚ ਵੀ ਅੱਗੇ ਜਾਣਗੇ? ਕਿਉਂਕਿ ਆਪਾਂ ਕਈ ਵਾਰੀ ਦੇਖਿਆ ਕਈ ਇਹੋ ਜਿਹੇ ਖਿਡਾਰੀ ਸੀ ਜਿਹੜੇ ਪਹਿਲਾਂ ਜਿਨ੍ਹਾਂ ਨੂੰ ਅਣਗੌਲਿਆ ਕੀਤਾ ਜਾਂਦਾ ਸੀ, ਉਹਨਾਂ ਨੂੰ ਕੋਈ ਪਲੇਟਫਾਰਮ ਨਹੀਂ ਸੀ ਮਿਲਦਾ, ਫੌਜ ਦੇ ਵਿੱਚ ਭਰਤੀ ਹੋ ਕੇ ਮੌਕਾ ਮਿਲਦਾ ਸੀ, ਫਿਰ ਮੈਡਲ ਜਿੱਤਦੇ ਸੀ, ਦੂਰ ਦੂਰ ਤੱਕ ਪਹੁੰਚਦੇ ਸੀ, ਦੇਸ਼ ਦਾ ਆਪਣੇ ਸੂਬੇ ਦਾ ਨਾਮ ਰੋਸ਼ਨ ਕਰਦੇ ਸੀ। ਹੁਣ ਤੁਹਾਨੂੰ ਕੀ ਲੱਗਦਾ ਹੁਣ ਮੌਕਾ ਮਿਲੇਗਾ, ਨਿਕਲਣਗੇ ਖਿਡਾਰੀ ਜਿਹੜੇ ਖੇਡਾਂ ਵੱਲ ਜਾਣ ਜਾਂ +2 ਕਰਨ ਤੋਂ ਬਾਅਦ ਭਰਤੀ ਦੇਖਣ? ਪਤਾ ਹੀ ਨਹੀਂ ਲੱਗ ਰਿਹਾ ਨੌਜਵਾਨਾਂ ਨੂੰ, ਉਹ ਤਾਂ ਉਮਰ ਇਹੀ ਜਿਹੀ ਹੁੰਦੀ ਹੈ ਕਿ ਉਹਨਾਂ ਨੂੰ ਚੰਗੇ ਮਾੜੇ ਦਾ ਹੀ ਨਹੀਂ ਪਤਾ ਹੁੰਦਾ। ਜਿਸ ਤਰ੍ਹਾਂ ਕਹਿੰਦੇ ਨਾ ਆਪਣਾ ਠੀਕ ਹੈ ਕਿ ਬਾਂਹ ਪਕੜੀਏ ਔਰ ਜਿਹੜੀ ਬੀਜੇਪੀ ਦੀ ਸਰਕਾਰ ਹੈਗੀ ਹੈ ਉਹ ਬਾਂਹ ਜਿਹਦੀ ਫੜਦੀ ਹੈ ਉਹਨੂੰ ਸਿਰੇ ਲਾ ਕੇ ਹਟਦੀ ਹੈ, ਉਹ ਬਾਂਹ ਛੱਡਦੀ ਨਹੀਂ। ਹੁਣ ਮੈਂ ਫਿਰ ਉਹ ਡਿਬੇਟ ਥੋੜੀ ਡਿਫਲੈਕਟ ਹੋ ਜਾਏਗੀ ਜੇ ਮੈਂ ਇਹ ਪੁੱਛਾਂ ਵੀ ਘਰ ਘਰ ਨੌਕਰੀ ਤਾਂ ਸੁਖਬੀਰ ਜੀ ਵੀ 5 ਸਾਲ ਬੜਾ ਲੈਕਚਰ ਦਿੰਦੇ ਰਹੇ ਵੀ ਜੀ ਘਰ ਘਰ ਨੌਕਰੀ ਅਸੀਂ ਦੇਣੀ ਹੈ, ਬੇਅਦਬੀ ਦੇ ਮਸਲੇ ਅਸੀਂ ਹੱਲ ਕਰ ਦੇਣੇ ਆ, ਨਸ਼ਾ ਮੁਕਤ ਕਰ ਦੇਣਾ ਅਸੀਂ। ਤੇ ਮੇਰਾ ਵੀਰ ਨਵਦੀਪ ਹੈ, ਇਹਨਾਂ ਨੇ ਇੱਕ ਪਹਿਲੀ ਪਾਲਿਸੀ ਲੈ ਕੇ ਆਏ ਐਕਸਾਈਜ਼ ਦੀ, ਹੋਰ ਤਾਂ ਇੱਥੇ ਕੁਝ ਕੀਤਾ ਨਹੀਂ ਤੇ ਉਹਦਾ ਕੋਈ ਜਵਾਬ ਹੀ ਨਹੀਂ ਆਇਆ। ਪੰਜਾਬ ਦੇ ਵਿੱਚ ਉਹਦਾ ਕੋਈ ਰਿਸਪੌਂਸ ਹੀ ਨਹੀਂ ਹੈਗਾ, ਕੋਈ ਬੰਦਾ ਉਹਨੂੰ ਅਪਲਾਈ ਨਹੀਂ ਕਰ ਰਿਹਾ। ਇਹ ਜਿਹੜੀਆਂ ਪਾਲਿਸੀਆਂ ਇਹ ਵੀ ਜਿਹੜੀਆਂ ਦਿੱਲੀੋਂ ਬਜਾ ਕੇ ਬਣਾਉਂਦੇ ਨੇ, ਜਿਹੜੇ ਬੰਦਿਆਂ ਨੂੰ ਕੋਈ ਤਜਰਬਾ ਹੀ ਨਹੀਂ, ਨਾ ਲਾਅ ਐਂਡ ਆਰਡਰ ਦਾ ਨਾ ਕੋਈ ਹੋਰ, ਉਹਨਾਂ ਤੋਂ ਲੈ ਕੇ। ਔਰ ਪਹਿਲੀ ਵਾਰੀ ਹੋਇਆ ਕਿ ਜਿਹੜੇ ਵੱਡੇ ਜਿਹੜੇ ਸ਼ਾਰਕ ਨੇ ਨਾ, ਇੰਡੋ ਸਪਿਰਿਟਸ ਤੇ ਬ੍ਰੈਂਡਕੋ ਸਪਿਰਿਟਸ, ਉਹਨਾਂ ਦੇ ਬੰਦੇ ਉਸ ਮੀਟਿੰਗ ਦੇ ਵਿੱਚ ਸਿਸੋਦੀਆ ਸਾਹਿਬ ਦੇ ਨਾਲ, ਹਰਪਾਲ ਚੀਮਾ ਦੇ ਨਾਲ ਬੈਠ ਕੇ ਉਹ ਪਾਲਿਸੀ ਬਣਾਉਂਦੇ ਆ। ਔਰ ਚਲੋ ਖੈਰ ਚੰਨੀ ਸਾਹਿਬ ਇਹ ਤਾਂ ਅਲੱਗ ਗੱਲਾਂ ਨੇ, ਮੁੱਦੇ ਬਹੁਤ ਨੇ, ਇੱਕ ਨਹੀਂ ਹਜ਼ਾਰਾਂ ਹੀ ਮੁੱਦੇ ਨੇ, ਲੱਖਾਂ ਹੀ ਮੁੱਦੇ ਨੇ। ਤਾਂ ਹੁਣ ਅਗਨੀਪਥ ਯੋਜਨਾ ਨੂੰ ਲੈ ਕੇ ਜਿਹੜਾ ਵਿਰੋਧ ਪ੍ਰਦਰਸ਼ਨ ਹੋ ਰਿਹਾ, ਭੰਨ ਤੋੜ ਹੋ ਰਹੀ ਹੈ, ਤਾਂ ਇਸ ਭੰਨ ਤੋੜ ਨੂੰ ਕਿਵੇਂ ਰੋਕਿਆ ਜਾਵੇਗਾ? ਕਿਵੇਂ ਅੱਗ ਬੁਝੇਗੀ ਜਿਹੜੀ ਹੁਣ ਨੌਜਵਾਨ ਜਿਹੜੇ ਭਾਂਬੜ ਲਈ ਬੈਠੇ ਨੇ, ਟਿਕ ਨਹੀਂ ਰਹੇ? ਉਹ ਕਹਿੰਦੇ ਨੇ ਜਿੰਨਾ ਚਿਰ ਯੋਜਨਾ ਨੂੰ ਵਾਪਸ ਨਹੀਂ ਲਵੇਗੀ ਸਰਕਾਰ ਅਸੀਂ ਇਸੇ ਤਰੀਕੇ ਪ੍ਰਦਰਸ਼ਨ ਕਰਾਂਗੇ। ਬਿਹਾਰ ਦੇ ਵਿੱਚ ਤੁਹਾਨੂੰ ਵੀ ਪਤਾ ਕੀ ਹਾਲਾਤ ਨੇ, ਤਾਂ ਇਸ ਨੂੰ ਕੰਟਰੋਲ ਕਿਵੇਂ ਕਰੇਗੀ ਕੇਂਦਰ ਸਰਕਾਰ? ਕਿਉਂਕਿ ਹੁਣ ਤਾਂ ਯੂਪੀ ਦੇ ਵਿੱਚ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਕਿਸੇ ਹੋਰ ਪਾਰਟੀ ਨੂੰ ਤਾਂ ਤੁਸੀਂ ਬਲੇਮ ਵੀ ਨਹੀਂ ਦੇ ਸਕਦੇ। ਤਾਂ ਦੇਸ਼ ਦੇ ਵਿੱਚ ਸ਼ਾਂਤੀ ਬਣਾਉਣੀ ਵੀ ਬੜੀ ਜ਼ਰੂਰੀ ਹੈ। ਦੇਖੋ ਐਨਡੀਏ ਦੀ ਸਰਕਾਰ ਹੈਗੀ ਹੈ, ਇਹ ਸਰਕਾਰ ਨੂੰ ਲਾਅ ਐਂਡ ਆਰਡਰ ਸੰਭਾਲਣਾ ਆਉਂਦਾ ਹੈ, ਇਹ ਸਰਕਾਰ ਨੂੰ ਜਿਹੜੀ ਹੈ ਟੈਰਰਿਜ਼ਮ ਸੰਭਾਲਣਾ ਆਉਂਦਾ ਹੈ, ਇਹ ਸਰਕਾਰ ਨੂੰ ਜ਼ੀਰੋ ਟੋਲਰੈਂਸ ਫਾਰ ਕਰਪਸ਼ਨ ਹੈਗੀ ਹੈ, ਉਹ ਸਾਰਾ ਕੁਝ ਹੋਏਗਾ। ਔਰ ਸਰਕਾਰਾਂ ਦੀ ਗੱਲ ਕਰਦੇ, ਸਟੇਟ ਸਰਕਾਰਾਂ ਕਿੰਨੀਆਂ ਸਰਕਾਰਾਂ ਨੇ ਜਿਹੜੀਆਂ ਸਟੇਟ ਸਰਕਾਰਾਂ ਬੀਜੇਪੀ ਨਹੀਂ ਹੈਗੀ, ਤੇ ਜਿਹੜੀਆਂ ਸਾਡੀਆਂ ਸਰਕਾਰਾਂ ਉੱਥੇ ਤਾਂ ਭਰਤੀ ਦੇ ਵਿੱਚ ਇਹ ਤਾਂ ਜਿੱਥੇ ਵੀ ਭਰਤੀ ਹੋਗੀ ਉਹ ਬੱਚਿਆਂ ਨੇ ਆਣਾ ਹੀ ਆਣਾ ਹੈਗਾ। ਯੂ ਟੇਕ ਬਾਈ ਚੰਨੀ ਸਾਹਿਬ ਹਜ਼ਾਰਾਂ ਹੀ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ, ਕਿਉਂਕਿ ਆਪਾਂ ਦੇਖਿਆ ਜਿਹੜੇ ਨੌਜਵਾਨ ਆਪਣੇ ਫਿਊਚਰ ਪ੍ਰਤੀ ਸੀਰੀਅਸ ਹੁੰਦੇ ਨੇ, ਜਦੋਂ ਕੋਈ ਕ੍ਰਿਮੀਨਲ ਕੇਸ ਉਹਨਾਂ ਤੇ ਪੈ ਜਾਂਦਾ ਉਸ ਤੋਂ ਬਾਅਦ ਉਹ ਜੁਰਮ ਦੀਆਂ ਰਾਹਾਂ ਤੇ ਤੁਰ ਪੈਂਦੇ ਨੇ। ਕਿਤੇ ਜਿਹੜੇ ਨੌਜਵਾਨ ਤੁਸੀਂ ਹੁਣ ਪ੍ਰਦਰਸ਼ਨ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤੇ ਨੇ, ਕਿਤੇ ਉਹਨਾਂ ਦੀ ਬੁੱਧੀ ਭ੍ਰਿਸ਼ਟ ਨਾ ਹੋ ਜਾਵੇ, ਕਿਤੇ ਗਲਤ ਰਾਹਾਂ ਤੇ ਨਾ ਤੁਰ ਪੈਣ, ਇਸ ਪਾਸੇ ਵੀ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਬਿਲਕੁਲ ਦੇਵਾਂਗੇ। ਗੱਲ ਇਹ ਹੈਗੀ ਹੈ, ਦੇਖੋ ਜਦੋਂ ਆਪਾਂ ਮੰਨ ਲਓ ਪੁਲਿਸ ਦੀ ਭਰਤੀ ਕਰਦੇ ਹਾਂ, ਲੱਖਾਂ ਬੰਦੇ, ਰੇਲਵੇ ਦੀ ਭਰਤੀ ਕਰਦੇ ਹਾਂ ਲੱਖਾਂ ਬੰਦੇ, ਕੀ ਉਹ ਸਾਰੇ ਬੰਦੇ ਸਿਲੈਕਟ ਹੋ ਜਾਂਦੇ? ਕੀ ਉਹ ਸਾਰੇ ਬੰਦਿਆਂ ਨੂੰ ਜੌਬ ਮਿਲ ਜਾਂਦੀ ਹੈ? ਮਤਲਬ ਅਸੀਂ ਐਵੇਂ ਪ੍ਰੀਐਂਪਟ ਕਰ ਰਹੇ ਹਾਂ ਇਹ ਗੱਲਾਂ। ਇਹ ਪਾਲਿਸੀ ਨੂੰ ਔਰ ਦੋ ਲਾਗੂ ਹੋ ਦੋ, ਉਹਦੇ ਵਿੱਚ ਜੇ ਠੀਕ ਹੈ ਸਾਰੀਆਂ ਪਾਰਟੀਆਂ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ, ਸਾਰੀਆਂ ਪਾਰਟੀਆਂ ਦੇ ਬੁਲਾਰਿਆਂ ਨੇ ਆਪਣਾ ਸਮਾਂ ਦਿੱਤਾ ਹੈ, ਵਿਚਾਰ ਸਾਂਝੇ ਕੀਤੇ ਨੇ, ਸਭ ਦਾ ਬਹੁਤ ਬਹੁਤ ਧੰਨਵਾਦ। ਫਿਰ ਇਸ ਮੁੱਦੇ ਨੂੰ ਲੈ ਕੇ ਚਰਚਾ ਕਰਾਂਗੇ, ਉਮੀਦ ਹੈ ਕਿ ਇਸ ਮੁੱਦੇ ਨੂੰ ਲੈ ਕੇ ਹੱਲ ਹੀ ਹੋ ਜਾਵੇ। ਰੁੱਖ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲ ਵੀ ਕਰਾਂਗੇ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਜੋ ਰੋਡ ਪ੍ਰਦਰਸ਼ਨ ਸ਼ੋਅ ਕੀਤੇ ਜਾ ਰਹੇ ਨੇ, ਜੋ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ, ਪਰ ਇਸ ਸਮੇਂ ਜਿਹੜਾ ਪੂਰਾ ਦੇਸ਼ ਦਾ ਮੁੱਦਾ ਹੈ, ਦੇਸ਼ ਦੇ ਮੁੱਦਾ ਜਿਹੜਾ ਭੜਕਿਆ ਹੋਇਆ, ਉਹ ਮੁੱਦਾ ਜਿਹੜਾ ਅਗਨੀਪਥ ਯੋਜਨਾ ਜਿਹੜੀ ਚੱਲ ਰਹੀ ਹੈ ਉਸ ਦਾ ਵਿਰੋਧ ਹੈ। ਅਗਨੀਪਥ ਯੋਜਨਾ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਨੌਜਵਾਨ। ਬਿਹਾਰ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਤਣਾਅਪੂਰਨ ਬਣੇ ਹੋਏ ਨੇ, ਜਿਸ ਕਰਕੇ ਹੁਣ ਸਰਕਾਰ ਨੂੰ, ਖਾਸ ਤੌਰ ਤੇ ਕੇਂਦਰ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਸਭ ਤੋਂ ਜ਼ਰੂਰੀ ਹੈ ਸੁਰੱਖਿਆ, ਸਭ ਤੋਂ ਜ਼ਰੂਰੀ ਹੈ ਦੇਸ਼ ਦੇ ਵਿੱਚ ਸ਼ਾਂਤੀ। ਕਿ ਸ਼ਾਂਤੀ ਕਿਵੇਂ ਬਣਾ ਕੇ ਰੱਖਣੀ ਹੈ?
ਥੋੜੇ ਹਾਲੇ ਟਾਈਮ ਬੀਤਦਾ ਤੇ ਫਿਰ ਪ੍ਰਦਰਸ਼ਨ ਸ਼ੁਰੂ ਹੋ ਜਾਂਦੇ ਨੇ। ਹਰ ਵਾਰੀ ਇੱਕ ਨਵਾਂ ਮੁੱਦਾ ਹੁੰਦਾ ਪ੍ਰਦਰਸ਼ਨ ਦਾ। ਪਹਿਲਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਲੰਬਾ ਸਮਾਂ ਪ੍ਰਦਰਸ਼ਨ ਚੱਲਦਾ ਰਿਹਾ ਤੇ ਹੁਣ ਅਗਨੀਪਥ ਯੋਜਨਾ ਨੂੰ ਇਸ ਪ੍ਰਦਰਸ਼ਨ ਨੇ ਤਾਂ ਬੜਾ ਭਿਆਨਕ ਰੂਪ ਧਾਰਨ ਕੀਤਾ ਹੈ, ਜਿਹੜਾ ਇੱਕ ਨਹੀਂ 10 ਤੋਂ ਵੱਧ ਸੂਬਿਆਂ ਦੇ ਵਿੱਚ ਜਾਰੀ ਹੈ। ਝਾਰਖੰਡ ਦੀ ਜੇਕਰ ਗੱਲ ਕਰੀਏ ਤਾਂ ਝਾਰਖੰਡ ਦੇ ਵਿੱਚ ਤਾਂ ਛੁੱਟੀ ਉਹ ਕਰ ਦਿੱਤੀ ਹੈ ਸਰਕਾਰ ਨੇ, ਕਿਉਂਕਿ ਅੱਜ ਜਿਹੜਾ ਨੌਜਵਾਨਾਂ ਦੇ ਵੱਲੋਂ ਭਾਰਤ ਬੰਦ ਕਰਨ ਦਾ ਸੱਦਾ ਸੀ। ਹਾਲਾਂਕਿ ਪੰਜਾਬ ਦੇ ਵਿੱਚ ਭਾਰਤ ਬੰਦ ਦੇ ਸੱਦੇ ਦਾ ਕੋਈ ਬਹੁਤਾ ਅਸਰ ਨਹੀਂ ਹੈ। ਕਈ ਥਾਵਾਂ ਤੇ ਨੌਜਵਾਨ ਸੜਕਾਂ ਤੇ ਵੀ ਨਜ਼ਰ ਆਏ ਨੇ। ਲੰਘੇ ਦਿਨਾਂ ਦੇ ਵਿੱਚ ਲੁਧਿਆਣਾ ਵਿਖੇ ਭੰਨ ਤੋੜ ਵੀ ਹੋਈ ਸੀ ਰੇਲਵੇ ਸਟੇਸ਼ਨ ਦੀ। 50 ਤੋਂ 60 ਦੇ ਕਰੀਬ ਨੌਜਵਾਨ ਸੀ, ਮੂੰਹ ਨੌਜਵਾਨਾਂ ਦੇ ਟੇਕੇ ਹੋਏ ਸੀ, ਭੰਨ ਤੋੜ ਕਰਦੇ ਹੋਏ ਨਜ਼ਰ ਆਏ ਸੀ। 4 ਤੋਂ 5 ਨੌਜਵਾਨ ਹਿਰਾਸਤ ਦੇ ਵਿੱਚ ਵੀ ਲਏ ਸੀ। ਕੁੱਲ ਮਿਲਾ ਕੇ ਅਗਨੀਪਥ ਯੋਜਨਾ ਦੇ ਵਿਰੋਧ ਦੇ ਵਿੱਚ ਜਿਹੜੇ ਨੌਜਵਾਨ ਪ੍ਰਦਰਸ਼ਨ ਕਰਦੇ ਨੇ ਵੱਖ-ਵੱਖ ਸੂਬਿਆਂ ਦੇ ਵਿੱਚ, ਉਹਨਾਂ ਨੂੰ ਕਈਆਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ। ਦੁੱਗਣਾ ਚੌਗਣਾ ਕਈ ਗੁਣਾ ਕਰਕੇ ਮੁੱਲ ਮੋੜ ਸਕਾਂ। ਸੋ ਮੈਂ ਇਸ ਗੱਲ ਲਈ ਤੁਹਾਡਾ ਧੰਨਵਾਦੀ ਹਾਂ। ਬਹੁਤ ਸਾਰਿਆਂ ਨੂੰ ਮੈਂ ਬਾਈ ਨੇਮ ਜਾਣਦਾ। ਬਹੁਤ ਸਾਰੇ ਮੇਰੀ ਗੱਡੀ ਮੂਹਰੇ ਮੋਟਰਸਾਈਕਲ ਲਾ ਕੇ ਜਾਂਦੇ ਹੁੰਦੇ ਸੀ। ਬਹੁਤ ਸਾਰੇ ਪੋਸਟਰ ਲਾਉਂਦੇ ਮੈਂ ਦੇਖਿਆ। ਬਹੁਤ ਸਾਰੇ ਦਰੀਆਂ ਵਿਛਾਉਣ ਵਾਲੇ ਆ। ਇਹ ਆਮ ਆਦਮੀ ਪਾਰਟੀ ਹੋਈ ਹੈ ਜਿਹੜੀ ਗੁਰਮੇਲ ਵੀ 2014 ਚ ਗੁਰਮੇਲ ਪੋਸਟਰ ਲਾਉਂਦਾ ਹੁੰਦਾ ਸੀ ਮੇਰੇ। ਉਸ ਤੋਂ ਬਾਅਦ ਉਹ ਘਰਾਚੋਂ ਦਾ ਸਰਪੰਚ ਬਣ ਗਿਆ ਤੇ ਕੰਮ ਕਰਦਾ ਰਿਹਾ ਪਾਰਟੀ ਦਾ। ਤੇ ਅੱਜ 38 ਸਾਲ ਦੇ ਨੌਜਵਾਨ ਨੂੰ ਟਿਕਟ ਦਿੱਤੀ ਹੈ। ਸਮਝ ਲਓ ਤੁਸੀਂ ਸਾਰੇ ਗੁਰਮੇਲ ਹੋ, ਤੁਹਾਨੂੰ ਟਿਕਟ ਮਿਲੀ ਹੈ। ਕੋਈ ਕਹਿੰਦਾ ਅਫਵਾਹਾਂ ਫੈਲਾਉਂਦੇ ਸੀ ਭਗਵੰਤ ਮਾਨ ਆਪਣੀ ਭੈਣ ਨੂੰ ਟਿਕਟ ਦੇਊਗਾ, ਕੋਈ ਕਹਿੰਦਾ ਫਲਾਨਾ ਆ ਰਿਹਾ ਇੱਥੋਂ, ਕੋਈ ਕਹਿੰਦਾ ਫਲਾਨਾ ਆ ਰਿਹਾ। ਅਸੀਂ ਕਿਹਾ ਵੀ ਨਹੀਂ, ਆਮ ਆਦਮੀ ਪਾਰਟੀ ਹੈ, ਆਮ ਆਦਮੀਆਂ ਨੂੰ ਟਿਕਟ ਦੇਵਾਂਗੇ। ਤੇ ਇਸੇ ਕਰਕੇ ਅੱਜ ਤੁਸੀਂ ਪਿਆਰ ਦੇ ਰਹੇ ਹੋ। ਮੈਂ ਕੱਲ ਦਾ ਦਿਨ ਪੂਰਾ ਹੀ ਧੂਰੀ ਵਾਸਤੇ ਰੱਖਿਆ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਪ੍ਰਚਾਰ ਦਾ ਆਖਰੀ ਦਿਨ ਮੈਂ ਧੂਰੀ ਲਾਉਣਾ ਤਾਂ ਉਹਦੇ ਨਾਲ ਜਿਵੇਂ ਆਪਾਂ ਕਹਿੰਦੇ ਆ ਵੀ 50ਵਾਂ ਓਵਰ ਜਿਹੜਾ ਉਹ 'ਚ 6 ਛੱਕੇ ਵੱਜ ਜਾਂਦੇ ਨੇ ਤੇ ਬਹੁਤ ਵੱਡੇ ਪੱਧਰ ਤੇ ਫਿਰ ਫਿਨਿਸ਼ ਲਾਈਨ ਹੋ ਜਾਂਦੀ ਹੈ। ਢਾਲੀਵਾਲ ਸਾਹਿਬ ਕਹਿੰਦੇ ਜਦੋਂ ਅਸੀਂ ਆਉਂਦੇ ਸੀ ਨਾਲ ਬਟਾਲੇ ਤੋਂ ਸਾਡੇ MLA ਸ਼ਹਿਰੀ ਕਲਸੀ, ਇਹ ਕਹਿੰਦੇ ਜਦੋਂ ਅਸੀਂ ਇਹ ਦੁਆਬੇ ਵਾਲੇ ਮਾਝੇ ਵਾਲੇ ਇਹ ਸਾਨੇਵਾਲ ਵਾਲੇ ਨੇ, ਇਹ ਕਹਿੰਦੇ ਜਦੋਂ ਅਸੀਂ ਆਉਂਦੇ ਸੀ, ਜਦੋਂ ਮਲੇਰਕੋਟਲੇ ਤੋਂ ਅੱਗੇ ਧੂਰੀ ਦੀ ਧਰਤੀ ਆਈ, ਕਹਿੰਦਾ ਮੈਂ ਇਹਨਾਂ ਨੂੰ ਕਿਹਾ ਗੱਡੀ ਰੋਕੋ। ਗੱਡੀਆਂ ਰੋਕ ਲੀਆਂ। ਕਹਿੰਦੇ ਵੀ ਕੀ ਕਰਨਾ ਹੈ, ਵੀ ਜੇ ਬਾਥਰੂਮ ਵਗੈਰਾ ਜਾਣਾ ਤਾਂ ਪੈਟਰੋਲ ਪੰਪ ਤੇ ਰੋਕ ਲੈਂਦੇ ਆ। ਉਹ ਕਹਿੰਦੇ ਨਹੀਂ, ਸਭ ਤੋਂ ਪਹਿਲਾਂ ਆਹ ਧਰਤੀ ਨੂੰ ਮੱਥਾ ਟੇਕੋ, ਇੰਨਾ ਕਰਕੇ ਆਪਾਂ ਬਣੇ ਆ। ਧਾਲੀਵਾਲ ਸਾਹਿਬ ਸੱਚੀ ਮੁੱਚੀ ਜਿਹੜੇ ਆਹ ਬੰਦੇ ਬੈਠੇ ਨੇ ਨਾ, ਇਹਨਾਂ ਨੇ ਮੈਨੂੰ ਇਹ ਕਿਹਾ, ਕਹਿੰਦੇ ਧੂਰੀ ਦੀ ਫਿਕਰ ਨਾ ਕਰ, ਤੂੰ ਉਧਰਲੇ ਪਾਸੋਂ ਨਾ ਕਿਤੋਂ ਹਾਰ ਜੀਏ, ਤੂੰ ਉਧਰ ਤੁਰਿਆ ਫਿਰ, ਤੂੰ ਮੇਰੀ ਫਿਕਰ ਨਾ ਸਾਡੀ ਧੂਰੀ ਦੀ ਨਾ ਕਰ। ਤਾਂ ਕਰਕੇ ਤੁਹਾਡੇ ਹਲਕਿਆਂ 'ਚ ਆਏ, ਤੁਹਾਡੇ ਹਲਕਿਆਂ 'ਚ ਲੋਕਾਂ ਨੇ ਪਿਆਰ ਦਿੱਤਾ ਤਾਂ ਸਰਕਾਰ ਬਣੀ ਹੈ। ਸੋ ਸਰਕਾਰ ਬਣਾਉਣ ਦੇ ਸਭ ਤੋਂ ਵੱਡੇ ਜਿਹੜੇ ਮੈਂ ਧੂਰੀ ਮਤਲਬ ਧੁਰੀ ਹੈ ਹੁਣ ਸੱਤਾ ਦੀ। ਤੇ ਇਹ ਲੋਕ ਨੇ ਜਿਹੜੇ ਜਿਨ੍ਹਾਂ ਨੇ ਕੋਈ ਆਪਦੇ ਪੱਲਿਓਂ ਤੇਲ ਪਵਾਏ ਹੋਏ ਨੇ ਸਰ। ਕੋਈ ਸਾਡੇ ਤੋਂ ਪੇਡ ਵਰਕਰ ਨਹੀਂ ਹੈਗਾ, ਕੋਈ ਕਿਸੇ ਨੇ ਕੋਈ ਚੇਅਰਮੈਨੀ ਨਹੀਂ ਮੰਗੀ। ਪਰ ਹਾਂ, ਜਦੋਂ ਸਰਕਾਰ ਬਣੀ ਗਈ ਹੈ ਤਾਂ ਹੁਣ ਇਹਨਾਂ ਜਿਹੜੇ ਡਿਜ਼ਰਵ ਕਰਦੇ ਨੇ, ਜਿਨ੍ਹਾਂ ਕੋਲ ਡਿਗਰੀਆਂ ਨੇ, ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ, ਉਹਨੂੰ ਸਰਕਾਰ ਦੇ ਵਿੱਚ ਜ਼ਿੰਮੇਵਾਰੀਆਂ ਵੀ ਮਿਲਣਗੀਆਂ, ਬਹੁਤ ਜਲਦੀ ਜ਼ਿੰਮੇਵਾਰੀਆਂ ਮਿਲਣਗੀਆਂ। ਸੋ ਵੀਰੋ, ਇਹ ਧੂਰੀ ਜਿੱਥੇ ਅਰਵਿੰਦ ਕੇਜਰੀਵਾਲ ਜੀ ਅਕਸਰ ਕਹਿੰਦੇ ਮੈਨੂੰ ਧੂਰੀ ਬਿਜਲੀ ਲੈ ਜਾ ਕਰੋ, ਤੇ ਉਹਨਾਂ ਦੀ ਧਰਮ ਪਤਨੀ ਵੀ ਆਈ, ਉਹਨਾਂ ਦੀ ਬੇਟੀ ਵੀ ਆਈ। ਇਸ ਵਾਰ ਤਾਂ ਧੂਰੀ ਨਾਲ ਪਰਿਵਾਰਕ ਸਾਂਝਾਂ ਪੈ ਗਈਆਂ, ਬੜਾ ਚੰਗਾ ਲੱਗਦਾ ਹੈ। ਕਈ ਵਾਰੀ ਅੱਖਾਂ 'ਚੋਂ ਪਾਣੀ ਆ ਜਾਂਦਾ ਹੈ ਕਿ ਜਿਹੜੇ ਅਰਵਿੰਦ ਕੇਜਰੀਵਾਲ ਜੀ ਦੇ ਸਪਤਨੀ ਸੁਨੀਤਾ ਕੇਜਰੀਵਾਲ ਜੀ ਕਹਿੰਦੇ ਮੈਂ ਧੂਰੀ ਜਾ ਕੇ ਆਉਣਾ, ਤਾਂ ਉਹਨਾਂ ਦੀ ਬੇਟੀ ਕਹਿੰਦੀ ਮੈਂ ਵੀ ਜਾ ਕੇ ਆਉਣਾ। ਤੁਸੀਂ ਦੇਖਿਆ ਹੋਣਾ, ਤੁਸੀਂ ਪ੍ਰਬੰਧ ਕੀਤਾ ਹੋਣਾ, ਆਪਾਂ ਮਾਵਾਂ ਭੈਣਾਂ ਦਾ ਇੱਕ ਪ੍ਰੋਗਰਾਮ ਕੀਤਾ ਸੀ, ਲੇਖਾ ਮਾਵਾਂ ਧੀਆਂ ਦਾ। ਸੋ ਧੂਰੀ ਨਾਲ ਸਾਡੇ ਪਰਿਵਾਰਕ ਸੰਬੰਧ ਨੇ, ਧੂਰੀ ਨਾਲ ਰੋਟੀ ਬੇਟੀ ਦੀ ਸਾਂਝ ਹੈ, ਇੱਕੋ ਪੱਤਣ ਦਾ ਪਾਣੀ ਪੀਂਦੇ ਹਾਂ। ਜੋ ਦੁੱਖ
ਤੁਹਾਡੇ ਨੇ ਉਹੀ ਪੰਜਾਬ ਦੇ ਨੇ। ਪਰ ਹਾਂ ਇੰਨਾ ਕਹਿ ਇਹ ਮੈਂ ਤੁਹਾਨੂੰ ਯਕੀਨ ਦਿਵਾ ਦਿੰਦਾ ਕਿ ਜਿਹੜੇ ਕੰਮ ਹੋਣਗੇ ਹੁਣ ਉਹ ਤੁਹਾਨੂੰ ਪੁੱਛ ਕੇ ਹੋਣਗੇ। ਜਿੱਥੇ ਕਹੋਗੇ ਪੈਨ ਚੱਲੂਗਾ, ਜਿੱਥੇ ਨਹੀਂ ਕਹੋਗੇ ਨਹੀਂ ਚੱਲੂਗਾ, ਕਿਉਂਕਿ ਪੈਨ ਤੁਹਾਡਾ ਹੈ, ਪੈਨ ਤੁਹਾਡਾ ਹੈ, ਪੈਨ ਤੁਸੀਂ ਦਿੱਤਾ ਹੈ, ਪੈਨ ਦੇ ਮਾਲਕ ਤੁਸੀਂ ਹੋ। ਪਹਿਲਾਂ ਤਾਂ ਮੈਂ ਪੈਨ ਇੱਧਰ ਹੀ ਚਲਾਇਆ, ਜਿਹੜੇ ਲੁੱਟਦੇ ਸੀ ਤਹਿਸੀਲਾਂ 'ਚ ਜਾਂ ਕਿਤੇ ਹੋਰ, ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਅਸੀਂ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਨਹੀਂ ਕਹਿੰਦਾ ਕਿ ਸਾਰੀ ਕਰਪਸ਼ਨ ਹਜੇ ਬੰਦ ਹੋ ਗਈ, ਹਜੇ ਚੋਰ ਮੋਰੀਆਂ ਹੈਗੀਆਂ ਨੇ। ਮੈਂ ਖਾਲ ਤੇ ਗੇੜਾ ਰੱਖੂੰਗਾ, ਮੈਂ ਖੱਡ ਨਹੀਂ ਪੈਣ ਦੇਣੀ। ਮੈਂ ਤੁਹਾਡਾ ਇੱਕ ਇੱਕ ਪੈਸੇ ਦਾ ਹਿਸਾਬ ਦੇਵਾਂਗਾ ਤੁਹਾਨੂੰ। ਮੈਂ ਪਹਿਲਾਂ ਤਾਂ ਉਹ ਹੋਇਆ, ਕਈ ਚੱਕ ਕੇ ਅੰਦਰ ਦਿੱਤੇ, ਇੱਕ ਆਪਣੇ ਵਾਲਾ ਵੀ ਗੜਬੜੀ ਕਰਨ ਲੱਗ ਗਿਆ ਸੀ, ਉਹਨੂੰ ਵੀ ਕਿਹਾ ਭਾਈ ਚੱਲ ਤੂੰ ਵੀ ਉੱਥੇ ਚੱਲ। ਫਿਰ ਇੱਕ ਉਹ ਕਾਂਗਰਸ ਦਾ, ਉਹਨੂੰ ਵਿਜੀਲੈਂਸ ਨੇ ਫੜਿਆ। ਕਾਨੂੰਨ ਹੈ ਜੀ, ਕਾਨੂੰਨ ਆਪਦਾ ਕੰਮ ਕਰੀ ਜਾਂਦਾ। ਹੁਣ ਉਹੀ ਡਰੀ ਜਾਂਦੇ ਨੇ ਬਈ ਤੁਸੀਂ ਕਰਿਆ ਇਹ ਕੰਮ। ਆ ਕਾਂਗਰਸ ਵਾਲੇ ਜਿੰਨੀ ਕਿ ਬਚੀ ਖੁਚੀ ਕਾਂਗਰਸ ਹੈ